ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਤੇਰੇ ਚਰਨਨ ਪਰ ਧਾਰ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਤੇਰੇ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰ ਇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਨਿਸ਼ਚੈ ਅਸ ਤੁਜ ਕੋ ਗੁਰਨੰਦ ਸੁਜਸ ਬਿਦਤ ਜਮ ਪੂਰਨ ਚੰਦ। ਪੁਨ ਪਰਲੋਕ ਬਿਖੈ ਸੁਖ ਪਾਏ ਸਕਲ ਰੀਤ ਕੀ ਕਰੈ ਹੈ ਸਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜੇ ਨੇ। ਇੱਕ ਕੇਸੋ ਦਾਸ ਨਾਮ ਦਾ ਬ੍ਰਾਹਮਣ ਪੰਡਤ ਆਇਆ। ਮਹਾਰਾਜ ਮੈਂ ਜੱਗ ਕਰਾਂਗਾ, ਆਦਿ ਸ਼ਕਤੀ ਪ੍ਰਗਟ ਕਰ ਦੇਵਾਂਗਾ। ਇਸ ਦੇ ਭਰਮ ਨੂੰ ਦੁਨੀਆ ਵਿੱਚ ਲਿਆਉਣ ਵਾਸਤੇ ਸਤਿਗੁਰਾਂ ਨੇ ਇਸ ਨੂੰ ਹੁਕਮ ਕੀਤਾ ਕਿ ਠੀਕ ਹੈ, ਇਹ ਰੋਜ਼ ਕੋਈ ਨਾ ਕੋਈ ਨਵੀਂ ਵਿਧੀ ਦੱਸਦਾ ਹੈ, ਨਵਾਂ ਤਰੀਕਾ ਦੱਸਦਾ ਹੈ। ਅੱਜ ਆਪਾਂ ਜੱਗ ਵਿੱਚ ਇਹ ਕਰਾਂਗੇ, ਅੱਜ ਜੱਗ ਵਿੱਚ ਇਹ ਕਰਾਂਗੇ। ਅਮਨ ਚੱਲਦਾ ਪਿਆ। ਸਤਿਗੁਰੂ ਸ਼ਿਕਾਰ ਖੇਡਣ ਚਲੇ ਗਏ। ਜਦੋਂ ਮਹਾਰਾਜ ਸ਼ਿਕਾਰ ਖੇਡ ਕੇ ਵਾਪਸ ਆਏ ਤੇ ਇਹ ਪੰਡਤ ਕਹਿਣ ਲੱਗਾ, ਮਹਾਰਾਜ ਮੈਂ ਤੇ ਹਵਨ ਕਰਕੇ ਦੇਵੀ ਪ੍ਰਗਟ ਕਰਨੀ ਹੈ, ਔਰ ਤੁਸੀਂ ਇਹ ਜੋ ਸ਼ਿਕਾਰ ਕੀਤਾ ਹੈ ਇਹ ਮੇਰੇ ਹਵਨ ਦੇ ਵਿੱਚ, ਜੱਗ ਦੇ ਵਿੱਚ ਵਿਘਨ ਪਾਉਣ ਵਾਲਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕੇਸੋ ਦਾਸ ਤੇਰੇ ਕੰਮ ਦੇ ਵਿੱਚ ਰੁਕਾਵਟ ਨਹੀਂ ਪਵੇਗੀ। ਸਿੱਖਾਂ ਨੂੰ ਆਖਿਆ ਜਿੰਨੇ ਜਾਨਵਰ ਬੱਧੇ ਨੇ ਸਾਰਿਆਂ ਨੂੰ ਛੱਡ ਦਿਓ। ਜਦੋਂ ਛੱਡਣ ਦਾ ਹੁਕਮ ਹੋਇਆ, ਜਿਹੜਾ ਇਹ ਪੰਡਤ ਕਹਿ ਰਿਹਾ ਸੀ ਨਾ ਵੀ ਤੁਸੀਂ ਜੀਵ ਮਾਰੇ ਨੇ, ਪਾਪ ਕੀਤਾ, ਹੁਣ ਦੇਵੀ ਪ੍ਰਗਟ ਹੋਣੀ ਔਖੀ ਹੈ, ਮਰੇ ਹੋਏ ਸਾਰੇ ਜਾਨਵਰ ਜਿਉਂਦਾ ਹੋ ਪਏ, ਉੱਠ ਪਏ, ਉੱਠ ਕੇ ਦੌੜ ਗਏ। ਇਹ ਕੌਤਕ ਵੇਖ ਕੇ ਪੰਡਤ ਬੜਾ ਹੈਰਾਨ ਹੈ। ਰਸਤੇ ਵਿੱਚ ਤੁਰਿਆ ਜਾਂਦਾ, ਸੋਚਦਾ ਹੈ ਸਤਿਗੁਰਾਂ ਦਾ ਇਤਿਹਾਸ ਗ੍ਰੰਥਾਂ ਵਿੱਚ ਲਿਖਿਆ ਜਾਵੇਗਾ, ਨਾਲ ਨਾਲ ਮੇਰਾ ਇਤਿਹਾਸ, ਮੇਰਾ ਨਾਮ ਵੀ ਗ੍ਰੰਥਾਂ ਵਿੱਚ ਲਿਖਿਆ ਜਾਵੇਗਾ। ਮੈਂ ਵੀ ਇਹਨਾਂ ਦੇ ਨਾਲ ਦੁਨੀਆ 'ਤੇ ਮਸ਼ਹੂਰ ਹੋ ਗਿਆ ਹਾਂ। ਐਸੀਆਂ ਗੱਲਾਂ ਬਾਤਾਂ ਸੋਚਦਾ ਹੈ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਚੈ ਅਸ ਤੁਜ ਕੋ ਗੁਰਨੰਦ। ਸੋ ਇਹਦੇ ਮਨ ਵਿੱਚ ਨਿਸ਼ਚਾ ਹੋ ਗਿਆ ਹੈ ਕਿ ਸਤਿਗੁਰੂ ਅਕਾਲ ਪੁਰਖ ਦੇ ਪੁੱਤਰ ਨੇ। ਇਹ ਬਚਨ 10ਵੇਂ ਪਾਤਸ਼ਾਹ ਨੇ ਆਪ ਵੀ ਲਿਖਿਆ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕਉ ਸਾਜਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਕਾਲ ਪੁਰਖ ਦੇ ਪੁੱਤਰ ਨੇ। ਇਹ ਬਚਨ 10ਵੇਂ ਪਾਤਸ਼ਾਹ ਨੇ ਆਪ ਵੀ ਲਿਖਿਆ ਹੈ। ਛਾੜ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ। ਕਹਿਣ ਲੱਗੇ ਜਦੋਂ ਅਕਾਲ ਪੁਰਖ ਨੇ ਸਾਨੂੰ ਦਰਸ਼ਨ ਦਿੱਤੇ ਤੇ ਆਖਿਆ ਮਾਤ ਲੋਕ ਵਿੱਚ ਜਾਓ, ਬੜਾ ਪਾਪ ਹੋ ਰਿਹਾ ਹੈ,
ਅਸੀਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਮਾਤ ਲੋਕ ਵਿੱਚ ਭੇਜਾਂਗੇ। ਅਸੀਂ ਉਹਦੇ ਹੁਕਮ ਦੇ ਮੁਤਾਬਕ ਦੇਖਣ ਆਇਓ। ਜਗਤ ਤਮਾਸ਼ਾ ਇਹ ਸਭ ਕੁਝ ਵੇਖਣ ਵਾਸਤੇ ਆਏ ਹਾਂ, ਕੁਝ ਕੌਤਕ ਕਰਾਂਗੇ। ਇੱਥੇ ਪੰਡਤ ਨੂੰ ਵੀ ਭਰੋਸਾ ਹੋ ਗਿਆ ਵੀ ਮਹਾਰਾਜ ਕੋਈ ਆਮ ਵਿਅਕਤੀ ਨਹੀਂ, ਜਾਂ ਕੋਈ ਆਮ ਇਹ ਇਨਸਾਨ ਨਹੀਂ, ਕੋਈ ਨਿੱਕੀ ਮੋਟੀ ਸ਼ਕਤੀ ਨਹੀਂ, ਇਹ ਖੁਦ ਪਰਮੇਸ਼ਰ ਦਾ ਰੂਪ ਨੇ ਤੇ ਪਰਮੇਸ਼ਰ ਦੇ ਪੁੱਤਰ ਹਨ। ਇਹਨਾਂ ਵਰਗਾ ਕੋਈ ਨਹੀਂ ਹੈ। ਸੁਜਸ ਬਿਦਤ ਜਿਮ ਪੂਰਨ ਚੰਦ। ਇਹਨਾਂ ਦਾ ਜਸ ਜਿਵੇਂ ਪੂਰਨਿਮਾ ਦਾ ਚੰਦਰਮਾ ਹੁੰਦਾ ਹੈ, ਇਸ ਤਰ੍ਹਾਂ ਇਹਨਾਂ ਦਾ ਜਿਹੜਾ ਜਸ ਹੈ ਦੁਨੀਆ ਵਿੱਚ ਪਰਿਪੂਰਨ ਫੁੱਲ ਹੋਵੇਗਾ। ਹੁਣ ਪਰਲੋਕ ਵਿਖੇ ਸੁਖ ਪਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਦੇ ਵਿੱਚੋਂ ਆਏ ਨੇ ਤੇ ਸੱਚਖੰਡ ਨੂੰ ਇਹਨਾਂ ਨੇ ਚਲੇ ਜਾਣਾ। ਇਸੇ ਤਰ੍ਹਾਂ ਲੋਕ ਤੇ ਪਰਲੋਕ ਦਾ ਸੁਖ ਮੈਨੂੰ ਮਹਾਰਾਜ ਦੀ ਸੰਗਤ ਕਰਕੇ ਮਿਲਣਾ ਹੈ। ਸਕਲ ਰੀਤ ਕੀ ਕਰੈ ਸਹਾਇ। ਮਹਾਰਾਜ ਮੇਰੀ ਸਹਾਇਤਾ ਕਰਨਗੇ। ਪੰਡਤ ਆਪਣੇ ਬਾਰੇ ਸੋਚਦਾ ਪਿਆ, ਇੱਕ ਤੇ ਮੈਂ ਜੱਗ ਕਰਦਾ ਪਿਆ, ਦੂਜਾ ਮੈਂ ਗੁਰੂ ਦੀ ਸੰਗਤ ਕਰਦਾ ਪਿਆ, ਤੀਜਾ ਮੈਂ ਗੁਰੂ ਦੇ ਬਚਨ ਸੁਣਦਾ ਪਿਆ, ਚੌਥਾ ਮੈਂ ਗੁਰੂ ਦਾ ਦਿਦਾਰਾ ਕਰਦਾ ਹਾਂ, ਦਰਸ਼ਨ ਕਰਦਾ ਹਾਂ। ਜਦੋਂ ਮਹਾਰਾਜ ਜੀ ਮੇਰੇ ਤੇ ਕਿਰਪਾ ਕਰਨਗੇ, ਇਹਨਾਂ ਦੀ ਕਿਰਪਾ ਦੇ ਨਾਲ ਮੈਨੂੰ ਲੋਕ ਤੇ ਪਰਲੋਕ ਦਾ ਸੁਖ ਮਿਲੇਗਾ। ਦੀਰਘ ਹੋਤੇ ਭਾਗ ਮਮ ਪੂਰ। ਪਿਛਲੇ ਮੇਰੇ ਕਿਸੇ ਚੰਗੇ ਜਨਮ ਦੇ ਕੋਈ ਚੰਗੇ ਵੱਡੇ ਭਾਗ ਹਨ। ਮਿਲਿਓ ਅਚਾਨਕ ਪ੍ਰਭੂ ਅਪੂਰਵ। ਜਿਹੜਾ ਮੈਂ ਸਤਿਗੁਰਾਂ ਨੂੰ ਆ ਕੇ ਮਿਲਿਆ। ਪੰਡਤ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਪਿਆ, ਵੱਡਿਆਂ ਭਾਗਾਂ ਵਾਲਾ, ਕਿ ਜੇ ਮੈਨੂੰ ਐਸਾ ਗੁਰੂ ਮਿਲਿਆ, ਕਿਸੇ ਵੀ ਬਹਾਨੇ ਦੇ ਨਾਲ ਮਿਲਿਆ, ਇਹ ਮੇਰੇ ਵੱਡੇ ਭਾਗ ਨੇ ਜੋ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ। ਜਗਦੰਬਾ ਕੇ ਬਿਦਤਨ ਮਾਹੀ। ਸੋ ਹੁਣ ਮੈਂ ਜਿਹੜੀ ਸ਼ਕਤੀ ਹੈ ਨਾ ਉਸ ਨੂੰ ਪ੍ਰਗਟ ਕਰਨ ਦੇ ਵਿੱਚ ਅਬ ਸੰਦੇਹ ਬਨੇ ਕਿਮ ਨਾਹੀ। ਵੀ ਮੈਨੂੰ ਲੱਗਦਾ ਵੀ ਮੈਂ ਕਾਮਯਾਬ ਹੋ ਜਾਵਾਂਗਾ। ਵੀ ਸਤਿਗੁਰੂ ਆਵਾਜ਼ ਦੇਣ, ਹੁਕਮ ਦੇਣ ਤੇ ਕਿਹੜੀ ਚੀਜ਼ ਆ ਜਿਹੜੀ ਪ੍ਰਗਟ ਨਾ ਹੋਵੇ। ਸਤਿਗੁਰਾਂ ਨੂੰ ਲੋੜ ਕੋਈ ਨਹੀਂ ਹੈ। ਇੱਥੇ ਆਪ ਉਹ ਕਹਿ ਰਿਹਾ ਵੀ ਸਤਿਗੁਰੂ ਤੁਸੀਂ ਪਰਮੇਸ਼ਰ ਦਾ ਪੁੱਤਰ ਹੋ, ਪਰਮੇਸ਼ਰ ਦਾ ਰੂਪ ਹੋ, ਤੇ ਪਰਮੇਸ਼ਰ ਨੂੰ ਕਿਸੇ ਸ਼ਕਤੀ ਦੀ ਲੋੜ ਨਹੀਂ ਹੈ ਜਾਂ ਕਿਸੇ ਦੇਵੀ ਦੇਵਤੇ ਦੀ ਲੋੜ ਨਹੀਂ ਹੈ। ਜਿਹੜਾ ਆਪ ਸਮਰੱਥ ਹੋਵੇ ਨਾ, ਉਹਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਹੁੰਦੀ ਹੈ। ਪਰ ਇਹ ਤੇ ਇੱਕ ਮਹਾਰਾਜ ਕੌਤਕ ਕਰਦੇ ਪਏ ਵਿਖਾਉਣ ਵਾਸਤੇ ਦੁਨੀਆ ਦੇ ਲੋਕਾਂ ਨੂੰ ਵੀ ਕੀ ਕੀ ਹੁੰਦਾ ਧਰਮ ਦੇ ਨਾਂ ਤੇ। ਸਤਿਗੁਰੂ ਸਮਰੱਥ ਹਨ। ਨਰ ਲੀਲਾ ਕੇ ਹੋਏ ਅਨਸਾਰੀ। ਤੇ ਸਤਿਗੁਰੂ ਪਾਤਸ਼ਾਹ ਜੀ ਇਸ ਵੇਲੇ ਮਨੁੱਖਾਂ ਵਾਲੀਆਂ ਲੀਲਾ ਕਰਦੇ, ਆਮ ਬੰਦਿਆਂ ਵਾਲੇ ਕੌਤਕ ਕਰਦੇ ਹਨ। ਮੋਹਿ ਜਸ ਦੈਨ ਤੇ ਆਦਿ ਸਤਿਗੁਰੂ ਕ੍ਰਿਤਕਾਰੀ। ਮੈਨੂੰ ਜਸ ਦੇਣਗੇ। ਪੰਡਤ ਸੋਚਦਾ ਪਿਆ ਵੀ ਸਤਿਗੁਰੂ ਹੈ ਪਰਮੇਸ਼ਰ ਨੇ, ਪਰ ਇਹ ਕੰਮ ਕਰਦੇ ਪਏ ਆਮ ਇਨਸਾਨਾਂ ਦੇ ਵਾਂਗ। ਜਦੋਂ ਇਹਨਾਂ ਦਾ ਜਸ ਦੁਨੀਆ ਵਿੱਚ ਹੋਵੇਗਾ, ਨਾਲ ਮੇਰਾ ਨਾਮ ਵੀ ਅਮਰ ਹੋ ਜਾਏਗਾ, ਮੇਰਾ ਵੀ ਜਸ ਉਸ ਵੇਲੇ ਵਧੇਗਾ। ਇਮ ਦਿਜਿੰਦਰ ਆਨੰਦ ਬੁਲੰਦ। ਕਹਿਣ ਲੱਗੇ ਵੀ ਇਸ ਤਰ੍ਹਾਂ ਬ੍ਰਾਹਮਣ ਬੜੇ ਆਨੰਦ ਦੇ ਸਮੇਤ ਹੈ। ਕਰਤ ਵਿਚਾਰਨ ਕਿਤ ਮੁਕੰਦ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਗੁਰੂ ਪਾਤਸ਼ਾਹ ਦੀ ਸਿਫਤ ਨੂੰ ਵਿਚਾਰਦਾ ਹੈ। ਨਿਸਾ ਭਈ ਕਰਖਾਨ ਰੂਪਾਨ। ਰਾਤ ਪੈ ਗਈ ਹੈ, ਰਾਤ ਦਾ ਪ੍ਰਸ਼ਾਦਾ ਪਾਣੀ ਛਕਿਆ ਹੈ। ਸੁਪਤ ਜਥਾ ਸੁਖ ਕਿਰਪਾ ਨਿਧਾਨ। ਕਿਰਪਾ ਦੇ ਖਜ਼ਾਨੇ ਮਹਾਰਾਜ ਜੀ ਸੁਖਾਂ ਦੇ ਨਾਲ ਸੌਂ ਕੇ ਰਾਤ ਬਤੀਤ ਕੀਤੀ ਹੈ। ਜਾਮ ਜਾਮਨੀ ਤੇ ਉੱਠ ਜਾਗੇ। ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਸਤਿਗੁਰੂ ਜੀ ਅੰਮ੍ਰਿਤ ਵੇਲੇ ਇੱਕ ਪੈਰ ਰਾਤ ਰਹਿੰਦਿਆਂ 3 ਵਜੇ 2:30 ਵਜੇ ਮਹਾਰਾਜ ਅੰਮ੍ਰਿਤ ਵੇਲੇ ਉੱਠ ਪੈਂਦੇ ਹਨ। ਸੋਚ ਇਸ਼ਨਾਨ ਕਰਨ ਤਬ ਲਾਗੇ। ਫਿਰ ਸੌਚ ਕਿਰਿਆ ਕਰਕੇ ਤੇ ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਇਸ਼ਨਾਨ ਪਾਨ ਕੀਤਾ, ਬਸਤਰ ਸ਼ਸਤਰ ਸਜਾਏ ਤਿਆਰ ਹੋਏ ਹਨ। ਕੇਸ਼ੋ ਦਾਸ ਅਰੂੜ ਚੰਪਾਨ। ਤੇ ਕਹਿਣ ਲੱਗੇ ਵੀ ਉਸ ਵੇਲੇ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੈਰ ਕਰਨ ਵਾਸਤੇ ਚੱਲੇ ਨੇ। ਨਾਲ ਹੀ ਕੇਸੋ ਦਾਸ ਬ੍ਰਾਹਮਣ ਵੀ ਇਹਨੂੰ ਪਾਲਕੀ ਦੇ ਵਿੱਚ ਬਿਠਾਇਆ ਹੈ। ਨੈਣਾ ਦੇਵੀ ਕੀਨ ਪਿਆ। ਤੇ ਸਤਿਗੁਰੂ ਜੀ ਆਪ ਚੱਲੇ ਜਿੱਥੇ ਜਗ ਹੁੰਦਾ ਪਿਆ ਨਾ ਗੁਰਮੁਖੋ, ਜਿਹਨੂੰ ਅੱਜ ਆਪਾਂ ਨੈਣਾ ਦੇਵੀ ਦਾ ਮੰਦਿਰ ਆਖਦੇ ਆ। ਇਹ ਨੈਣਾ ਨਾਮ ਦਾ ਗੁੱਜਰ ਹੈ, ਉਹਦੀਆਂ ਇੱਥੇ ਗਾਵਾਂ ਚਰਦੀਆਂ ਸਨ, ਬੱਕਰੀਆਂ ਚਰਦੀਆਂ ਸਨ। ਇਹ ਉਹਦੇ ਨਾਂ ਤੇ ਨਾਮ ਪੈ ਗਿਆ। ਨੈਣਾ ਗੁੱਜਰ ਨੂੰ ਨੈਣਾ ਦੀ ਦੇਵੀ ਲੋਕਾਂ ਨੇ ਬਣਾ ਦਿੱਤਾ। ਕਹਿਣ ਲੱਗੇ ਵੀ ਇਹ ਗੁੱਜਰ ਇੱਥੇ ਰਹਿੰਦਾ, ਭੇਡਾਂ ਬੱਕਰੀਆਂ ਤੇ ਗਾਵਾਂ ਵਗੈਰਾ ਰੱਖਦਾ ਹੈ। ਸਤਿਗੁਰੂ ਜੀ ਨੇ ਇੱਥੇ ਪੰਡਤ ਨੇ ਜਗ੍ਹਾ ਚੁਣੀ ਆ ਵੀ ਇੱਥੇ ਜੱਗ ਹੋਵੇਗਾ। ਸਤਿਗੁਰੂ ਉੱਥੇ ਪਹੁੰਚੇ ਹਨ। ਸੌਜ ਸਮਾਨ ਹਮਨ ਕੋ ਸਾਰਾ। ਸਾਰਾ ਇੱਥੇ ਸਾਜੋ ਸਮਾਨ ਰੱਖਿਆ ਹੈ। ਰਾਖਿਓ ਦਾਸਨ ਬਹੁ ਕਰ ਤਿਆਰ। ਸਤਿਗੁਰਾਂ ਦੇ ਸੇਵਕ ਸਭ ਤਿਆਰੀ ਰੱਖਦੇ ਹਨ। ਉਤਲਾਵਤ ਪਹੁੰਚੇ ਗੋਸਾਈ। ਸਤਿਗੁਰੂ ਆਪ ਇੱਥੇ ਪਹੁੰਚੇ ਹਨ। ਦਿਵਸ ਚੜੇ ਲਗ ਥਰੇ ਸਥਾਈ। ਤੇ ਸਤਿਗੁਰੂ ਜੀ ਦਿਨ ਚੜ੍ਹਨ ਤੱਕ ਇੱਥੇ ਟਿਕੇ ਰਹੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਟਿੱਲੇ ਦੇ ਉੱਪਰ ਆਪ ਚਰਨ ਪਾਏ ਨੇ। ਵੈਸੇ ਗੁਰਮੁਖੋ ਚਾਹੀਦਾ ਤੇ ਸੀ ਮਹਾਰਾਜ ਦੀ ਯਾਦ ਵਿੱਚ ਇੱਥੇ ਗੁਰੂ ਘਰ ਬਣਦਾ। ਇਤਿਹਾਸ ਲਿਖਿਆ ਜਾਂਦਾ ਵੀ ਇੱਥੇ 10ਵੇਂ ਪਾਤਸ਼ਾਹ ਨੇ
ਚਰਨ ਪਾਏ ਸਨ। ਜਦੋਂ ਕੇਸੋਦਾਸ ਪੰਡਤ ਨੇ ਆਖਿਆ ਵੀ ਮੈਂ ਦੇਵੀ ਪ੍ਰਗਟ ਕਰਾਂਗਾ, ਪਰ ਸਾਡੇ ਸਿੱਖ ਆਪਸ ਵਿੱਚ ਹੀ ਇੱਕ ਦੂਜੇ ਨਾਲ ਉਲਝ ਪਏ, ਇੱਕ ਦੂਜੇ ਨਾਲ ਝਗੜੇ ਵਿੱਚ ਪੈ ਗਏ। ਕੋਈ ਆਖਦਾ ਮਹਾਰਾਜ ਨੇ ਇਹ ਕਿਰਿਆ ਕਰਵਾਈ ਹੈ, ਕੋਈ ਆਖਦਾ ਨਹੀਂ ਕਰਵਾਈ ਹੈ। ਤੇ ਮੌਕੇ ਦਾ ਫਾਇਦਾ ਕੋਈ ਦੂਜਾ ਚੁੱਕ ਗਿਆ। ਉਹਨੇ ਆਪਣਾ ਉੱਥੇ ਮੰਦਿਰ ਸਥਾਪਿਤ ਕਰਕੇ ਉਸ ਨੈਣਾ ਦੇ ਨਾਮ ਨੂੰ ਨੈਣਾ ਦੀ ਦੇਵੀ ਬਣਾ ਕੇ ਪ੍ਰਚਲਿਤ ਕਰ ਲਿਆ। ਬਲਕਿ ਉੱਥੇ ਗੁਰੂ ਪਾਤਸ਼ਾਹ ਨੇ ਚਰਨ ਪਾਏ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ, ਪਰ ਗੁਰੂ ਪਾਤਸ਼ਾਹ ਦੀ ਯਾਦ ਵਿੱਚ ਉੱਥੇ ਕੋਈ ਵੀ ਅੱਜ ਯਾਦਗਾਰ ਨਹੀਂ ਹੈ। ਸਵਾ ਪਹਿਰ ਕੋ ਹਮਨ ਕਰਨ, ਇਸ ਤਰ੍ਹਾਂ ਕਹਿਣ ਲੱਗੇ ਹਮਨ ਹੁੰਦਾ ਹੈ। ਨੇਮ ਸਹਿਤ ਸੋ ਮੰਤਰ ਪਠਨ। ਬੜੇ ਨੇਮ ਦੇ ਨਾਲ ਇਹ ਜਿਹੜਾ ਕੇਸੋਦਾਸ ਹੈ ਮੰਤਰਾਂ ਨੂੰ ਪੜ੍ਹਦਾ ਹੈ। ਦੋ ਦਿਸ਼ ਹਮਨ ਕੁੰਡ ਕੇ ਆਸਨ। ਇਹ ਜਿਹੜਾ ਹਵਨ ਕੁੰਡ ਹੈ ਨਾ, ਇਹਦੇ ਦੋਹਾਂ ਪਾਸੇ ਆਸਣ ਲਾਏ ਨੇ, ਆਮਣੇ ਸਾਹਮਣੇ ਪੰਡਤ ਬੈਠੇ ਹਨ। ਇੱਕ ਬਿਨਾ ਜਨ ਦੂਜੀ ਆਸਨ। ਕਹਿਣ ਲੱਗੇ ਇੱਕ ਤੋਂ ਬਿਨਾ ਦੂਜੀ ਆਸ ਹੀ ਕੋਈ ਨਹੀਂ ਹੈ। ਅੱਧੇ ਪੰਡਤ ਇਸ ਪਾਸੇ ਬੈਠੇ ਨੇ, ਵਿਚਕਾਰ ਹਵਨ ਕੁੰਡ ਰੱਖਿਆ, ਤੇ ਅੱਧੇ ਪੰਡਤ ਦੂਜੇ ਪਾਸੇ ਬੈਠੇ, ਆਮਣੇ ਸਾਹਮਣੇ ਮੂੰਹ ਕੀਤੇ ਹੋਏ। ਕੇਵਲ ਇੱਕੋ ਹੀ ਆਸ ਹੈ ਵੀ ਅਸੀਂ ਦੇਵੀ ਪ੍ਰਗਟ ਕਰਨੀ ਹੈ। ਬੈਠੇ ਦਿਜ ਸਮੇਤ ਬਿਦ ਸੰਗ। ਕਹਿਣ ਲੱਗੇ ਵੀ ਬੜੀ ਵਿਧੀ ਦੇ ਨਾਲ ਬੈਠਣਾ ਵੀ ਗੁਰਮੁਖੋ ਤਰੀਕਾ ਹੁੰਦਾ ਹੈ। ਆਮ ਲੋਕਾਂ ਦਾ ਬੈਠਣਾ ਤੇ ਜਿਹੜੇ ਵਿਦਵਾਨ ਨੇ, ਪੰਡਤ ਨੇ, ਉਹਨਾਂ ਦੇ ਬੈਠਣ ਦਾ ਤਰੀਕਾ ਵੱਖੋ ਵੱਖਰਾ ਹੈ। ਸਿੱਧ ਆਸਣ ਤੇ ਪਦਮ ਆਸਣ ਜਿਹੜੇ ਦੁਨੀਆ ਵਿੱਚ ਮੰਨੇ ਜਾਂਦੇ। ਸਿੱਧਾਂ ਦੇ ਕੋਲ 84 ਆਸਣ ਸਨ ਬੈਠਣ ਵਾਸਤੇ। ਜਿਹੜੇ ਸਿੱਧ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਚਰਚਾ ਕਰਦੇ ਨਾ, 84 ਤਰ੍ਹਾਂ ਦੇ ਇਹਨਾਂ ਦੇ ਬੈਠਣ ਦੇ ਤਰੀਕੇ ਸਨ। ਵੀ ਅੱਜ ਆਹ ਮੰਤਰ ਪੜ੍ਹਨਾ ਤੇ ਇਸ ਤਰ੍ਹਾਂ ਬੈਠਾਂਗੇ, ਅੱਜ ਆਹ ਕੋਈ ਨਵਾਂ ਕਰਮ ਕਰਨਾ ਹੈ ਤੇ ਅੱਜ ਇਸ ਤਰ੍ਹਾਂ ਬੈਠਾਂਗੇ। 84 ਸਿੱਧ ਜਿਹੜੇ ਨੇ ਉਹ 84 ਤਰ੍ਹਾਂ ਦੇ ਆਸਨ ਲਾਉਂਦੇ ਨੇ, ਵੱਖ ਵੱਖ ਇਹਨਾਂ ਦੇ ਆਸਨ ਨੇ, ਉਹਨਾਂ ਵਿੱਚ ਮੰਤਰ ਵਗੈਰਾ ਇਹ ਪੜ੍ਹਦੇ। ਅਤੇ ਇਸੇ ਤਰ੍ਹਾਂ ਇਸ ਤੋਂ ਅੱਗੇ ਹੈ ਪਦਮਾਸਨ। ਸੋ ਇਹ ਵੀ ਇੱਕ ਆਸਣ ਦਾ ਹੀ ਨਾਮ ਹੈ। ਸੋ ਇਹ ਜਿਹੜੇ ਪੰਡਤ ਨੇ ਇਹ ਵੱਖ ਵੱਖ ਤਰ੍ਹਾਂ ਦੇ ਆਸਣ ਲਾ ਕੇ ਬੈਠੇ ਹਨ। ਸੁਚ ਹਵੈ ਕਰ ਜਲ ਤੇ ਸਰਬੰਗ। ਤੇ ਪਾਣੀ ਦੇ ਨਾਲ ਪਹਿਲਾਂ ਸੁੱਚਾ ਕਰਦੇ। ਸੁੱਚਾ ਕੀ ਕਰਨਾ? ਵੀ ਇਸ਼ਨਾਨ ਕਰਨਾ, 5 ਇਸ਼ਨਾਨਾਂ ਕਰਨੀਆਂ, ਕੁਰਲਾ ਵਗੈਰਾ ਕਰਨਾ। ਇਸ ਤਰ੍ਹਾਂ ਆਪਣੇ ਆਪ ਨੂੰ ਸੁੱਚਾ ਕਰਕੇ ਬੈਠਦੇ ਹਨ। ਧਿਆਨ ਭਗਵਤੀ ਕੋ ਤਬ ਇਸ ਠਨ। ਤਰ੍ਹਾਂ ਕਹਿਣ ਲੱਗੇ ਵੀ ਦੇਵੀ ਦਾ ਧਿਆਨ ਧਾਰਦੇ ਹਨ। ਦੋਹਨ ਬਦਨ ਤੇ ਮੰਤਰ ਤੇ ਬਖਾਨਾ। ਦੋਵਾਂ ਪਾਸਿਆਂ ਤੋਂ ਮੰਤਰ, ਸਾਹਮਣੇ ਵਾਲੇ ਪੰਡਤ ਵੀ ਮੰਤਰ ਪੜ੍ਹਦੇ ਤੇ ਇਸ ਪਾਸੇ ਵਾਲੇ ਵੀ ਮੰਤਰ ਪੜ੍ਹਦੇ ਹਨ, ਉਚਾਰਦੇ ਹਨ। ਪਾਵਕ ਵਿਖੈ ਆਹੁਤ ਕਰ ਤੇ ਪਾਵਨ। ਜਿਹੜੀ ਅੱਗ ਬਲਦੀ ਪਈ ਹੈ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਆਹੂਤੀਆਂ ਦਿੰਦੇ, ਅਨਾਜ ਵਗੈਰਾ ਵਿੱਚ ਪਾਉਂਦੇ ਹਨ। ਕੀਨ ਹੋਤਾਸਨ ਲਾਟ ਉਠਾਵਨ। ਤੇ ਜਦੋਂ ਅਨਾਜ ਪੈਂਦਾ ਨਾ, ਵਿੱਚ ਤਿਲ ਪਾਏ ਜਾਂਦੇ, ਜੌਂ ਪਾਏ ਜਾਂਦੇ, ਚੌਲ ਪਾਏ ਜਾਂਦੇ, ਜਾਂ ਘਿਓ ਪਾਇਆ ਜਾਂਦਾ, ਜਾਂ ਫੁੱਲ ਪਾਏ ਜਾਂਦੇ, ਤੇ ਉਸ ਹਵਨ ਕੁੰਡ ਦੇ ਵਿੱਚੋਂ ਬੜੀ ਅੱਗ ਨਿਕਲਦੀ ਹੈ। ਬਹਿਰ ਕੁੰਡ ਤੇ ਚਰੂ ਨ ਪਰੈ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ, ਇਸ ਤਰੀਕੇ ਦੇ ਨਾਲ ਆਹੂਤੀ ਜਿਹੜੀ ਹੈ ਦਿੱਤੀ ਜਾਂਦੀ ਹੈ। ਇਸ ਤਰੀਕੇ ਦੇ ਨਾਲ ਸਮਾਨ ਪਾਇਆ ਜਾਂਦਾ ਵੀ ਕੋਈ ਵੀ ਸਮਾਨ ਉਸ ਅੱਗ ਦੇ ਕੁੰਡ ਵਿੱਚੋਂ ਬਾਹਰ ਨਹੀਂ ਡਿੱਗਦਾ। ਇਹ ਨਹੀਂ ਵੀ ਚੌਲ ਪਾਏ ਨੇ, ਅੱਧੇ ਵਿੱਚ ਪੈ ਗਏ, ਅੱਧੇ ਬਾਹਰ ਡਿੱਗ ਜਾਣਗੇ, ਅੱਧੇ ਜੌਂ ਵਿੱਚ ਪੈ ਗਏ, ਜਾਂ ਅੱਧੇ ਤਿਲ ਵਿੱਚ ਪੈ ਗਏ। ਇਹ ਪੰਡਤ ਬੜੇ ਸਿਆਣੇ ਔਰ ਕਾਰੀਗਰ ਨੇ। ਇਸ ਤਰੀਕੇ ਨਾਲ ਸਮੱਗਰੀ ਪਾਉਂਦੇ ਵੀ ਸਾਰੀ ਦੀ ਸਾਰੀ ਅੱਗ ਦੇ ਵਿੱਚ ਹੀ ਪੈਂਦੀ ਹੈ, ਫਿਰ ਉਹਦੀਆਂ ਲਾਟਾਂ ਨਿਕਲਦੀਆਂ ਹਨ। ਵਿਦ ਸੋ ਗੁਰੂ ਪਾਏ ਵੋ ਕਰੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਰਾ ਕੁਝ ਵੇਖਦੇ ਪਏ ਵੀ ਇਹ ਜਿਹੜੇ ਪੰਡਤ ਨੇ ਪੂਰੀ ਵਿਧੀ ਦੇ ਨਾਲ ਕਾਰਜ ਕਰਦੇ ਹਨ। ਅਮਨ ਸੁਲਛਨ ਹੋਵਤ ਜਿਉਂ ਸੋ ਜਿਉਂ। ਕਹਿਣ ਲੱਗੇ ਵੀ ਜਿਵੇਂ ਹਵਨ ਦੇ ਲੱਛਣ ਹੁੰਦੇ ਹਨ ਜਾਂ ਹਵਨ ਦੀ ਇਹ ਪ੍ਰਕਿਰਿਆ ਚੱਲਦੀ ਹੈ, ਵਿਪਰ ਆਨੰਦ ਧਰਤ ਹੈ ਤਿਉਂ ਕਹਿਣ ਤਿਉਂ। ਲੱਗੇ ਵੀ ਉਸੇ ਤਰ੍ਹਾਂ ਇਹ ਜਿਹੜੇ ਪੰਡਤ ਨੇ ਬੜੇ ਖੁਸ਼ ਹੁੰਦੇ ਨੇ ਵੀ ਅਸੀਂ ਇਹ ਜਿਹੜਾ ਕਾਰਜ ਹੈ ਇਸ ਨੂੰ ਸਿੱਧ ਕਰਨ ਵਾਸਤੇ ਲੱਗੇ ਹੋਏ ਹਾਂ। ਪਠਨ ਮੰਤਰ ਕੋ ਨਾਮ ਜਿਤੇਕ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਜਿਹੜੇ ਇਹ ਮੰਤਰ ਪੜ੍ਹਨੇ ਨੇ, ਜਿੰਨੇ ਵੀ ਇਹ ਮੰਤਰ ਨੇ, ਜਿੰਨੇ ਵੀ ਮੰਤਰਾਂ ਦੇ ਉਚਾਰਨ ਕਰਨ ਦੇ ਤਰੀਕੇ ਨੇ, ਇਹ ਵੀ ਸਾਰੇ ਤਰੀਕਿਆਂ ਦੇ ਨਾਲ ਕੀਤੇ ਜਾਂਦੇ ਨੇ। ਜਿੰਨੇ ਵੀ ਮੰਤਰ ਨੇ ਇਹ ਪੜ੍ਹਦੇ ਪਏ ਹਨ। ਵਿਦ ਸੋ ਹੋਮਤ ਪਠਿਓ ਤਿਤੇਕ। ਤੇ ਕਹਿਣ ਲੱਗੇ ਬੜੀ ਵਿਧੀ ਦੇ ਨਾਲ ਇਹ ਹਵਨ ਜਿਹੜਾ ਹੈ ਇਹ ਕੀਤਾ ਜਾ ਰਿਹਾ, ਜਾਂ ਕਹਿ ਲਈਏ ਕਰਵਾਇਆ ਜਾ ਰਿਹਾ। ਵਿਧੀ ਦੇ ਨਾਲ, ਮਰਿਆਦਾ ਦੇ ਮੁਤਾਬਕ, ਜੋ ਵੀ ਉਸ ਵੇਲੇ ਦੀ ਮਰਿਆਦਾ ਹੈ ਉਹਦੇ ਮੁਤਾਬਕ ਇਹ ਲੱਗੇ ਹੋਏ ਹਨ। ਬਾਹਰ ਉਠੇ ਪ੍ਰਭ ਪੁਰ ਕੋ ਆਏ। ਤੇ ਕਹਿਣ ਲੱਗੇ ਕੁਝ ਸਮਾਂ ਮਹਾਰਾਜ ਵੇਖਦੇ ਰਹੇ, ਫਿਰ ਉੱਠ ਕੇ ਉੱਥੋਂ ਵਾਪਸ ਆ ਗਏ ਹਨ। ਮੰਗਲ ਮੋਦ ਹੋਤ ਸਮੁਦਾਇ। ਅਤੇ ਅਨੇਕ ਤਰ੍ਹਾਂ ਦੇ ਜਿਹੜੇ ਮੰਗਲ ਨੇ ਹੋ ਰਹੇ ਨੇ, ਭਾਵ ਕਿ ਖੁਸ਼ੀਆਂ ਕਈ ਤਰ੍ਹਾਂ ਦੀਆਂ ਹੋ ਰਹੀਆਂ ਹਨ। ਅਲਪਹਾਰ ਕਰੈ ਪ੍ਰਭ ਤਬੈ। ਤੇ ਉਸ ਵੇਲੇ ਜਿਸ ਤਰ੍ਹਾਂ ਕਿ ਇਹ ਪੰਡਤ ਕੇਸੋਦਾਸ ਨੇ ਦੱਸਿਆ ਸਾਰਿਆਂ ਨੂੰ ਵੀ ਜਿੰਨੇ ਜਿੰਨੇ ਹਵਨ ਦੇ ਵਿੱਚ ਹਾਜ਼ਰੀ ਭਰਨੀ ਆ ਥੋੜਾ ਪ੍ਰਸ਼ਾਦਾ ਛਕਣਾ ਕਰੇ। ਅਲਪ ਬੋਲਵੋ ਸੁਨਵੋ ਸਭੈ। ਅਤੇ ਬੋਲਣਾ ਵੀ ਥੋੜਾ ਹੈ, ਬਹੁਤਾ ਨਹੀਂ ਬੋਲਣਾ, ਅਤੇ ਬਹੁਤੀਆਂ ਗੱਲਾਂ ਸੁਣਨੀਆਂ ਵੀ ਨਹੀਂ।
ਬੋਲਣ ਦਾ ਵੀ ਬਹੁਤਾ ਪਰਹੇਜ਼ ਕਰਨਾ, ਸੁਣਨ ਦਾ ਵੀ ਬਹੁਤਾ ਕਰਨਾ ਹੈ ਅਤੇ ਬਹੁਤਾ ਭੋਜਨ ਵੀ ਛਕਣਾ ਨਹੀਂ। ਇਸ ਤਰੀਕੇ ਦੀ ਇਹਨਾਂ ਨੇ ਮਰਿਆਦਾ ਜਿਹੜੀ ਰੱਖੀ ਹੋਈ ਹੈ। ਨਿੰਦਰਾ ਅਲਪ ਸੋ ਜਾਗਤ ਰਹੈ। ਸੋ ਇਸ ਤਰੀਕੇ ਦੇ ਨਾਲ ਸੌਣਾ ਵੀ ਥੋੜਾ ਹੈ, ਬਹੁਤਾ ਨਹੀਂ ਸੌਣਾ ਹੈ। ਸੌਣਾ ਵੀ ਕੁਝ ਸਮੇਂ ਦੇ ਮੁਤਾਬਕ ਹੀ ਹੈ ਤੇ ਇਸੇ ਤਰ੍ਹਾਂ ਬਹੁਤਾ ਸਮਾਂ ਜਾਗਣਾ ਹੈ। ਬਿਦ ਤਨ ਕੋ ਚਿਤ ਚਾਹੈ, ਦੇਵੀ ਬਿਦ ਤਨ ਕੋ ਚਿਤ ਚਾਹੈ। ਅਤੇ ਇਸੇ ਤਰ੍ਹਾਂ ਇਹ ਪੰਡਤ ਚਾਹੁੰਦੇ ਨੇ ਵੀ ਕਿਸੇ ਤਰੀਕੇ ਦੇ ਨਾਲ ਜਿਹੜੀ ਦੇਵੀ ਆ ਉਹ ਪ੍ਰਗਟ ਹੋ ਜਾਣਾ ਕਰੇ। ਦੋਹਰਾ ਕਰਤੇ ਹਮਨ ਵਿਧਾਨ ਕੋ ਬੀਤ ਗਏ ਪੰਚ ਮਾਸ। ਗੁਰਮੁਖੋ ਇੱਕ ਦਿਨ ਨਹੀਂ, 2 ਦਿਨ ਨਹੀਂ, 5 ਮਹੀਨੇ ਲੱਗਾ ਰਿਹਾ ਕੇਸੋ ਦਾਸ ਪੰਡਤ ਹਵਨ ਕਰਨ ਵਾਸਤੇ। ਤੇ 5 ਮਹੀਨੇ ਰੋਜ਼ 15 ਘੰਟੇ ਬੈਠਦਾ ਹੈ। 15 ਘੰਟੇ ਲਗਾਤਾਰ ਸਮੱਗਰੀ ਅੱਗ ਵਿੱਚ ਪੈਂਦੀ ਹੈ। ਪੰਡਤ ਨੇ ਪਹਿਲਾਂ ਹੀ ਆਖਿਆ ਸੀ, ਮਹਾਰਾਜ ਜੱਗ ਕਰਨਾ ਤੁਹਾਡੇ ਵੱਸ ਦੀ ਗੱਲ ਨਹੀਂ ਹੈ। ਇੱਥੇ ਤੇ ਰਾਜਿਆਂ ਦੇ ਭਾਂਡੇ ਮੁੱਧੇ ਹੋ ਜਾਂਦੇ, ਇੰਨਾ ਖਰਚਾ ਜੱਗ ਦੇ ਉੱਪਰ ਆਉਂਦਾ। ਜਦੋਂ ਇਹ ਬਚਨ ਸੁਣਿਆ ਤੇ ਸਤਿਗੁਰਾਂ ਨੇ ਆਖਿਆ ਸੀ, ਪੰਡਤ ਤੂੰ ਫਿਕਰ ਨਾ ਕਰ, ਸਮੱਗਰੀ ਲੈ ਕੇ ਅਸੀਂ ਆਵਾਂਗੇ। ਸਿੱਖਾਂ ਨੂੰ ਆਖਿਆ ਖਜ਼ਾਨੇ ਦੀ ਗਿਣਤੀ ਕਰੋ। ਖਜ਼ਾਨਾ ਗਿਣਿਆ ਗਿਆ, 9 ਲੱਖ ਰੁਪਈਆ ਦੱਸਿਆ ਸੇਵਕਾਂ ਨੇ। ਸਤਿਗੁਰੂ ਕਹਿਣ ਲੱਗੇ ਜੇ 9 ਲੱਖ ਵੀ ਘੱਟ ਲੱਗਦਾ ਤੇ ਹੋਰ ਸੰਗਤਾਂ ਦੇ ਕੋਲੋਂ ਗਰਾਈ ਇਕੱਠੀ ਕਰ ਲਓ ਜਿਨ੍ਹਾਂ ਨੇ ਨਹੀਂ ਦਿੱਤੀ ਹੋਈ ਹੈ। ਇਹ ਪੰਡਤ ਨੂੰ ਕਰਦਿਆਂ ਜੱਗ ਹਵਨ ਕਰਦਿਆਂ 5 ਮਹੀਨੇ ਸਮਾਂ ਲੱਗ ਗਿਆ। ਰੋਜ਼ 15 ਘੰਟੇ ਬੈਠਦਾ, 15 ਘੰਟੇ ਅੱਗ ਬਲਦੀ ਹੈ, 15 ਘੰਟੇ ਲਗਾਤਾਰ ਘਿਓ ਪਾਇਆ ਜਾਂਦਾ, ਉਹਦੇ ਵਿੱਚ ਜੌਂ ਪਾਏ ਜਾਂਦੇ, ਤਿਲ ਪਾਏ ਜਾਂਦੇ, ਇਸੇ ਤਰ੍ਹਾਂ ਫੁੱਲ ਪਾਏ ਜਾਂਦੇ ਨੇ, ਚੌਲ ਪਾਏ ਜਾਂਦੇ ਨੇ। ਕਹਿਣ ਤੋਂ ਭਾਵ ਹੈ ਵੀ ਬਹੁਤ ਜ਼ਿਆਦਾ ਸਮੱਗਰੀ ਇਸ ਜੱਗ ਦੇ ਵਿੱਚ ਵਰਤੋਂ ਹੋ ਰਹੀ ਹੈ। ਸੌਜ ਹਜ਼ਾਰੋਂ ਮਣਪੁਰੀ ਪਾਵਕ ਭੈ ਪ੍ਰਕਾਸ਼। ਤੇ ਕਹਿਣ ਲੱਗੇ ਹਜ਼ਾਰਾਂ ਮਣ ਸਮੱਗਰੀ ਪੈ ਗਈ ਹੈ। ਪਤਾ ਨਹੀਂ ਕਿੰਨੇ ਮਣ ਘਿਓ ਦੇ ਵਿੱਚ ਲੱਗ ਗਿਆ, ਕਿੰਨੇ ਮਣ ਚੌਲ ਲੱਗ ਗਏ ਨੇ, ਕਿੰਨੇ ਮਣ ਜੌਂ ਤੇ ਤਿਲ ਲੱਗ ਗਏ ਨੇ, ਪਤਾ ਕੋਈ ਨਹੀਂ ਹੈ। 5 ਮਹੀਨੇ ਇਸੇ ਤਰ੍ਹਾਂ ਅੱਗ ਬਲਦੀ ਰਹੀ ਹੈ ਤੇ 5 ਮਹੀਨੇ ਇਸੇ ਤਰ੍ਹਾਂ ਹਵਨ ਹੁੰਦਾ ਹੈ। 24 ਮਾਸ ਅਸੌਜ ਸ਼ੁਕਲ ਪੱਖ ਇੰਨੇ ਚਿਰ ਨੂੰ ਗੁਰਮੁਖੋ ਅੱਸੂ ਦਾ ਮਹੀਨਾ ਤੇ ਸ਼ੁਕਲਾ ਪੱਖ ਆਇਆ ਹੈ। ਨੌਮੀ ਦਿਓਸ ਆਨੰਦ ਉਪਾਇ। ਤੇ 9ਵੀਂ ਜਿਹੜੀ ਹੈ ਉਹ ਥਿਤ ਹੈ ਤੇ ਇਸ ਤਰ੍ਹਾਂ ਆਨੰਦ ਪੈਦਾ ਹੋਇਆ। ਸਰਬ ਠੌਰ ਤੇ ਪੂਜ ਵਡੇਰੀ। ਸਾਰੇ ਤਰੀਕਿਆਂ ਦੇ ਨਾਲ ਇਹ ਜਿਹੜਾ ਪੰਡਤ ਪੂਜਾ ਕਰਦਾ ਹੈ। ਹਮਨ ਸੁਮੰਤਰ ਕੀਨ ਬੋਬੇਰੀ। ਇਹ ਕਹਿਣ ਲੱਗੇ ਵੀ ਹਮਨ ਦੇ ਜਿਹੜੇ ਮੰਤਰ ਨੇ ਉਹ ਬਹੁਤ ਵਾਰੀ ਪੜ੍ਹੇ ਜਾਂਦੇ ਨੇ, ਵੇਖੇ ਜਾਂਦੇ ਨੇ। ਕਈ ਤਰ੍ਹਾਂ ਦੇ ਮੰਤਰ ਜਿਹੜੇ ਹਨ ਇਹ ਪੰਡਤ ਪੜ੍ਹਦਾ ਹੈ ਤੇ ਇਸ ਤਰ੍ਹਾਂ ਬੜਾ ਲੰਮਾ ਸਮਾਂ ਇਹਨਾਂ ਨੇ ਇਹ ਜੱਗ ਕੀਤਾ ਹੈ। ਸੁਨੋ ਗੁਰੂ ਜੀ ਅਧ ਕ੍ਰਿਤ ਹੋਈ। ਉਸ ਵੇਲੇ ਪੰਡਤ ਨੇ ਇੱਕ ਦਿਨ ਵੇਖਿਆ ਵੀ ਹੁਣ 5-6 ਮਹੀਨੇ ਹੋ ਗਏ ਨੇ, ਸਮੱਗਰੀ ਬੜੀ ਮੈਂ ਫੂਕ ਦਿੱਤੀ ਹੈ, ਕੰਮ ਕੋਈ ਬਣਿਆ ਨਹੀਂ। ਤੇ ਸਤਿਗੁਰੂ ਕਿਤੇ ਨਾਰਾਜ਼ ਹੀ ਨਾ ਹੋ ਜਾਣ। ਇੱਕ ਦਿਨ ਇਹਨੇ ਥੋੜਾ ਜਿਹਾ ਗੱਪ ਬੋਲ ਦਿੱਤਾ, ਕਹਿਣ ਲੱਗਾ ਮਹਾਰਾਜ ਮੈਨੂੰ ਰਾਤ ਨੂੰ ਦੇਵੀ ਨੇ ਦਰਸ਼ਨ ਦਿੱਤੇ ਸੁਪਨੇ ਵਿੱਚ ਆ ਕੇ। ਸਤਿਗੁਰੂ ਕਹਿਣ ਲੱਗੇ ਜੇ ਤੈਨੂੰ ਸੁਪਨੇ ਦਿੱਤੇ ਨੇ ਤੇ ਆਪਣੀ ਸੁਪਨੇ ਦੀ ਗੱਲ ਨਹੀਂ ਹੋਈ ਹੈ, ਗੱਲ ਇਹ ਹੋਈ ਹੈ ਵੀ ਤੂੰ ਪ੍ਰਤੱਖ ਪ੍ਰਗਟ ਕਰੇਂਗਾ। ਗੱਲ ਪ੍ਰਤੱਖ ਪ੍ਰਗਟ ਹੋਣ ਦੀ ਹੋਈ ਹੈ। ਸੁਪਨੇ ਦੇ ਵਿੱਚ ਦਰਸ਼ਨ ਹੋਏ ਤੇ ਤਾਂ ਕੀ ਹੋਇਆ? ਜਦੋਂ ਇਹਨੇ ਵੇਖਿਆ ਵੀ ਮੇਰੀ ਗੱਲ ਤੇ ਸਤਿਗੁਰਾਂ ਨੇ ਬਹੁਤਾ ਨਿਸ਼ਚਾ ਨਹੀਂ ਕੀਤਾ, ਕਹਿਣ ਲੱਗਾ ਮਹਾਰਾਜ ਚਲੋ ਜੇ ਪ੍ਰਤੱਖ ਦਰਸ਼ਨ ਨਹੀਂ ਹੋਏ, ਸੁਪਨੇ ਦੇ ਵਿੱਚ ਹੋਏ, ਅੱਧਾ ਕੰਮ ਤੇ ਆਪਾਂ ਕਰ ਲਿਆ ਨਾ, ਸੁਪਨੇ ਤੱਕ ਤੇ ਆਪਾਂ ਲੈ ਆਏ ਨਾ ਕੰਮ ਖਿੱਚ ਧੂ ਕੇ। ਇਸੇ ਤਰ੍ਹਾਂ ਮਹਾਰਾਜ ਹੋਰ ਸਮਾਂ ਲਾਵਾਂਗੇ ਤੇ ਸੁਪਨੇ ਤੋਂ ਵੀ ਉਹਨੂੰ ਬਾਹਰ ਹੀ ਕੱਢ ਲਿਆਵਾਂਗੇ, ਮੈਂ ਪ੍ਰਗਟ ਕਰ ਦੇਵਾਂਗਾ। ਸੋ ਇਸ ਤਰੀਕੇ ਦੇ ਨਾਲ ਇਹ ਕਹਿੰਦਾ ਪਿਆ। ਅੱਜ ਇਹਨੇ ਇੱਕ ਨਵੀਂ ਵਿਉਂਤ ਬਣਾਈ ਹੈ। ਕਹਿਣ ਲੱਗਾ ਵੀ ਮਹਾਰਾਜ ਸਾਹਿਬ ਜੀਓ ਇਹ ਮੈਨੂੰ ਸਮਾਂ ਲੱਗਿਆ ਪਰ ਇਹ ਕੰਮ ਬੜਾ ਵੱਡਾ ਹੈ। ਦੇਵੀ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ। ਜਿਸ ਤਰ੍ਹਾਂ ਕਿਸੇ ਪੰਡਤ ਨੇ ਕਿਸੇ ਨੂੰ ਕਿਹਾ ਨਾ, ਕਹਿਣ ਲੱਗਾ ਵੀ ਜੇ ਮੇਰੇ ਕੋਲੋਂ ਤੁਸੀਂ ਮੰਤਰ ਪੜ੍ਹਾਉਂਦੇ ਜਾਂ ਹਵਨ ਕਰਾਉਂਦੇ ਤੇ ਮੈਂ ਕੋਈ ਦੇਵਤਾ ਜਾਂ ਦੇਵੀ ਪ੍ਰਗਟ ਕਰ ਦੇਣੀ ਸੀ। ਤੇ ਜਿਹੜੇ ਵਿਅਕਤੀ ਨੂੰ ਇਹ ਬਚਨ ਆਖਿਆ ਨਾ, ਜਿਸ ਬੀਬੀ ਨੂੰ, ਉਹ ਗੁਰਬਾਣੀ ਪੜ੍ਹਨ ਵਾਲੀ ਹੈ, ਗੁਰਬਾਣੀ ਦਾ ਪਾਠ ਕਰਨ ਵਾਲੀ, ਸੋਝੀ ਰੱਖਦੀ, ਗਿਆਨ ਰੱਖਦੀ ਹੈ। ਉਹਨੇ ਸਵਾਲ ਕੀਤਾ, ਕਹਿਣ ਲੱਗੇ ਪੰਡਤ ਜੀ ਤੁਹਾਡੀ ਮਾਂ ਮਰੀ ਨੂੰ ਕਿੰਨਾ ਚਿਰ ਹੋਇਆ? ਕਹਿਣ ਲੱਗਾ 2 ਸਾਲ ਹੋਏ। ਕਹਿਣ ਲੱਗੀ ਠੀਕ ਹੈ, ਜਿਹੜੀ ਦੇਵੀ ਜੀ ਤੁਸੀਂ ਗੱਲ ਕਰਦੇ ਹੋ ਉਹਨੂੰ ਪੈਦਾ ਹੋਈ ਨੂੰ ਕਿੰਨਾ ਟਾਈਮ ਹੋਇਆ? ਕਹਿਣ ਲੱਗਾ ਬੜੀਆਂ ਸਦੀਆਂ, ਬੜੇ ਹੀ ਯੁੱਗ ਹੋ ਗਏ। ਬੀਬੀ ਕਹਿਣ ਲੱਗੀ ਤੂੰ ਦੇਵੀ ਛੱਡ, ਤੂੰ ਹਵਨ ਕਰਕੇ ਜੱਗ ਕਰਕੇ ਜਿਸ ਮਾਂ ਨੂੰ ਤੂੰ ਵੇਖਿਆ ਹੈ, ਜਿਹਨੂੰ ਮਰੀ ਨੂੰ 2 ਸਾਲ ਹੀ ਹੋਏ ਨੇ, ਤੂੰ ਉਹੀ ਪ੍ਰਗਟ ਕਰ ਦੇ। ਤੂੰ ਜੋ ਮੰਗੇਗਾ ਮੈਂ ਦੇ ਦਿਆਂਗੀ। ਜਿਹੜੀ 2 ਸਾਲ ਪਹਿਲਾਂ ਗਈ ਹੈ ਇਸ ਦੁਨੀਆ ਤੋਂ, ਤੂੰ ਉਹਨੂੰ ਪ੍ਰਗਟ ਕਰ ਦੇ ਮੰਤਰ ਪੜ੍ਹ ਕੇ। ਜਿਹੜੀ ਦੇਵੀ ਪਤਾ ਨਹੀਂ ਸਤਿਯੁਗ ਵਿੱਚ ਪ੍ਰਗਟ ਹੋਈ ਹੈ ਕਿ ਤ੍ਰੇਤੇ ਵਿੱਚ ਹੋਈ ਹੈ ਕਿ ਨਹੀਂ ਹੋਈ ਹੈ,
ਕਦੋਂ ਹੋਈ ਹੈ, ਕਦੋਂ ਗਈ ਹੈ, ਜਿਹਦੇ ਬਾਰੇ ਪਤਾ ਨਹੀਂ, ਤੂੰ ਉਹਨੂੰ ਪ੍ਰਗਟ ਕਰਨ ਦੀ ਗੱਲ ਕਰਦਾ ਹੈ। ਇਹ ਤੇ ਬੜੀ ਵੱਡੀ ਗੱਲ ਹੋਵੇਗੀ। ਤੂੰ ਜਿਹੜੀ 2 ਸਾਲ ਪਹਿਲਾਂ ਤੈਨੂੰ ਛੱਡ ਕੇ ਗਈ ਹੈ, ਤੂੰ ਉਹਨੂੰ ਪ੍ਰਗਟ ਕਰਕੇ ਵਿਖਾ ਵੀ ਤੇਰੇ ਮੰਤਰ ਪ੍ਰਗਟ ਕਰ ਸਕਦੇ ਕਿ ਨਹੀਂ। ਜਦੋਂ ਇਹ ਬਚਨ ਆਖਿਆ ਤੇ ਉਹਨੂੰ ਜਵਾਬ ਕੋਈ ਨਹੀਂ ਆਇਆ। ਚੁੱਪ ਕਰਕੇ ਤੇ ਫਿਰ ਉੱਥੋਂ ਜਾਣ ਦੀ ਉਹਨੇ ਤਿਆਰੀ ਕੀਤੀ ਹੈ। ਇਸੇ ਤਰ੍ਹਾਂ ਹੀ ਇਹ ਪੰਡਤ ਹੈ, ਕਹਿਣ ਲੱਗਾ ਮਹਾਰਾਜ ਵੀ ਮੈਨੂੰ ਸੁਪਨੇ ਵਿੱਚ ਦਰਸ਼ਨ ਹੋਏ। ਮਹਾਰਾਜ ਕਹਿਣ ਲੱਗੇ ਨਹੀਂ, ਭੱਜਣਾ ਨਹੀਂ ਆਪਣੇ ਬਚਨ ਤੋਂ। ਅਸੀਂ ਨਹੀਂ ਭੱਜੇ, ਜਿੰਨੀ ਸਮੱਗਰੀ ਤੂੰ ਕਿਹਾ ਉਨੀ ਲਿਆਂਦੀ ਹੈ, ਜਿਵੇਂ ਤੂੰ ਆਖਿਆ ਉਵੇਂ ਕੀਤਾ। ਜੇ ਅਸੀਂ ਸ਼ਿਕਾਰ ਖੇਡਣ ਗਏ ਹਾਂ, ਤੂੰ ਆਖਿਆ ਮਹਾਰਾਜ ਸ਼ਿਕਾਰ ਨਹੀਂ ਖੇਡਣਾ, ਮੇਰਾ ਹਵਨ ਨਹੀਂ ਪੂਰਾ ਹੋਣਾ, ਤੁਸੀਂ ਜੀਵ ਹੱਤਿਆ ਕਰਦੇ ਪਏ ਹੋ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰਾ ਅਸੀਂ ਉਹ ਵੀ ਬਚਨ ਮੰਨਿਆ, ਮਰੇ ਹੋਏ ਜਾਨਵਰ ਵੀ ਜਿੰਦਾ ਕਰ ਦਿੱਤੇ, ਵੀ ਤੇਰੇ ਹਵਨ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਤੇ ਅੱਜ 5 ਮਹੀਨੇ ਸਮੱਗਰੀ ਹਜ਼ਾਰਾਂ ਮਨ ਪਾ ਕੇ ਤੂੰ ਆਖਦਾ ਵੀ ਸੁਪਨੇ ਵਿੱਚ ਹੀ ਆਈ ਹੈ। ਸੁਪਨੇ 'ਚ ਆਉਣ ਦੀ ਗੱਲਬਾਤ ਨਹੀਂ ਹੈ, ਗੱਲ ਤੇ ਪ੍ਰਤੱਖ ਆਉਣ ਦੀ ਹੈ। ਪਰ ਪੰਡਤ ਜਿਹੜਾ ਨਾ ਥੋੜਾ ਜਿਹਾ ਆਸ਼ਵਾਸਨ ਦਿਵਾਉਣ ਵਾਸਤੇ, ਭਰੋਸਾ ਦਿਵਾਉਣ ਵਾਸਤੇ ਐਸੀਆਂ ਗੱਲਾਂ ਕਰਦਾ ਹੈ। ਵਿਦਤ ਹੈ ਜਿਸ ਦਿਨ ਪੂਰਨ ਸੋਈ। ਕਹਿਣ ਲੱਗਾ ਮਹਾਰਾਜ ਫਿਰ ਕੀ ਹੋਇਆ, ਜੇ ਅੱਜ ਮੈਨੂੰ ਸੁਪਨੇ ਵਿੱਚ ਦਿਸੀ ਹੈ, ਕੱਲ ਨੂੰ ਫਿਰ ਸੁਪਨੇ 'ਚ ਆਵੇਗੀ, ਮੈਂ ਸੁਪਨੇ ਵਿੱਚ ਵੀ ਬੇਨਤੀ ਕਰਾਂਗਾ। ਮੈਂ ਆਖਾਂਗਾ ਜੀ ਤੁਸੀਂ ਪ੍ਰਗਟ ਹੋਵੋ ਆ ਕੇ, ਮੈਂ ਇਸ ਤਰੀਕੇ ਨਾਲ ਉਸ ਨੂੰ ਕਹਿਣਾ ਕਰਾਂਗਾ। ਨੇਮ ਸਮੇਤ ਹਮਨ ਕੋ ਕਰੋ। ਕਿਉਂਕਿ ਮੈਂ ਬੜੇ ਨੇਮ ਦੇ ਨਾਲ ਇਹ ਕਰਦਾ ਪਿਆ ਹਾਂ, ਔਰ ਦੇਵੀ ਨੇ ਮੈਨੂੰ ਇਹ ਗੱਲ ਕਹੀ ਹੈ ਵੀ ਪੰਡਤ ਜੀ ਜਿਸ ਤਰ੍ਹਾਂ ਤੁਸੀਂ ਨੇਮ ਦੇ ਨਾਲ ਕਰਦੇ ਪਏ ਹੋ, ਬਿਲਕੁਲ ਇਸੇ ਤਰ੍ਹਾਂ ਹੀ ਨੇਮ ਦੇ ਨਾਲ ਇਸ ਨੂੰ ਅੱਗੇ ਹੋਰ ਵਧਾਉਣਾ ਕਰੋ। ਧਿਆਨ ਜਥਾਵਤ ਨਿਤ ਪ੍ਰਤ ਧਰੋ। ਅਤੇ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਵੀ ਤੂੰ ਧਿਆਨ ਮੇਰਾ ਹੀ ਧਾਰਨਾ ਹੈ, ਮੇਰਾ ਚੰਗੀ ਤਰ੍ਹਾਂ ਧਿਆਨ ਧਾਰ ਕੇ ਤੇ ਮੰਤਰ ਪੜ੍ਹਨਾ ਕਰ। ਪਾਠ ਪਾਠ ਮੰਤਰ ਹੋਮ ਹੋਏ ਜੇਤਾ। ਮਹਾਰਾਜ ਮੈਂ ਮੰਤਰ ਪੜਾਂਗਾ, ਇਹ ਸਾਰਾ ਜੱਗ ਕਰਾਂਗਾ ਜਿੰਨੇ ਮੰਤਰ ਪੜ੍ਹਨੇ ਪਏ ਮੈਨੂੰ। ਕਾਰਜ ਬਣਿਓ ਜਾਈਏ ਜਾਣੀਏ ਤੇ। ਮਹਾਰਾਜ ਸਮਝ ਲਓ ਵੀ ਇਹ ਕੰਮ ਬਣ ਹੀ ਗਿਆ ਹੈ, ਤੁਸੀਂ ਬਣਿਆ ਹੀ ਮੰਨ ਕੇ ਚੱਲੋ। ਭਾਵੇਂ ਕਿ ਅਜੇ ਪ੍ਰਗਟ ਨਹੀਂ ਹੋਈ ਹੈ, ਪਰ ਜਿਹੜੇ ਮੈਨੂੰ ਸੁਪਨੇ 'ਚ ਦਰਸ਼ਨ ਦਿੱਤੇ ਨੇ ਉਹ ਮੈਨੂੰ ਸੰਕੇਤ ਇਸ਼ਾਰੇ ਇਹ ਲੱਗ ਗਏ ਨੇ ਵੀ ਉਹਨੇ ਹੁਣ ਪ੍ਰਗਟ ਹੋ ਜਾਣਾ ਹੈ। ਸੁਣ ਦਿਜ ਤੇ ਸਤਿਗੁਰ ਚਿਰਕਾਲਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੁਣੇ ਬਚਨ ਉਸ ਵੇਲੇ ਇਸ ਬ੍ਰਾਹਮਣ ਕੇਸੋ ਦਾਸ ਦੇ ਕੋਲੋਂ। ਲਗੇ ਬੈਠ ਬੇ ਤਵੈ ਵਿਸਾਲਾ। ਸਤਿਗੁਰੂ ਪਾਤਸ਼ਾਹ ਉਸ ਵੇਲੇ ਫਿਰ ਬੈਠ ਕੇ ਬਚਨ ਸੁਣਦੇ ਹਨ। ਦਵਾਦਸ਼ ਜਾਮੈ ਕੋ ਇੱਕ ਆਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ 12 ਪੈਰ ਇੱਕ ਚੌਂਕੜੇ ਵਿੱਚ ਬੈਠ ਲੈਂਦੇ। 3 ਘੰਟਿਆਂ ਦਾ ਇੱਕ ਪੈਰ ਹੈ, 12 ਪੈਰ ਬਾਹਰੋਂ 36 ਘੰਟੇ ਬਣ ਜਾਂਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬੈਠਦੇ ਆਪਣੀ ਮੌਜ ਦੇ ਵਿੱਚ 36 ਘੰਟੇ 40 ਘੰਟੇ ਇੱਕ ਚੌਂਕੜੇ ਵਿੱਚ ਆਰਾਮ ਨਾਲ ਬੈਠੇ ਰਹਿੰਦੇ ਹਨ। ਹੋਮ ਕਰੇ ਬੜ ਲਾਟ ਪ੍ਰਕਾਸ਼ਨ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਗੁਰਮੁਖੋ ਹਵਨ ਜਿਹੜਾ ਹੋ ਰਿਹਾ ਹੈ, ਅੰਮ੍ਰਿਤ ਵੇਲੇ ਬੈਠਨ ਕਰੇ। ਸੋ ਇਹ ਪੰਡਤ ਅੰਮ੍ਰਿਤ ਵੇਲੇ ਬੈਠਦਾ ਹੈ, ਅੰਮ੍ਰਿਤ ਵੇਲੇ ਬੈਠ ਜਾਂਦਾ ਹੈ ਜਿਸ ਵੇਲੇ ਹਵਨ ਸ਼ੁਰੂ ਕਰਦਾ ਹੈ। ਸੰਧਿਆ ਲਾਗੇ ਕਿਸਮ ਹੀ ਥਰੇ। ਤੇ ਸ਼ਾਮ ਤੱਕ ਰਾਤ ਨੂੰ 9 ਵਜੇ ਸਮਾਪਤੀ ਕਰਦਾ। ਸਵੇਰੇ 5 ਵਜੇ 6 ਵਜੇ ਤੋਂ ਸ਼ੁਰੂ ਹੋਇਆ, ਲਗਾਤਾਰ ਸਾਰਾ ਦਿਨ ਚੱਲਦਾ। ਇਹਦੇ ਮੰਤਰਾਂ ਦਾ ਜਾਪ, ਹਵਨ ਦੀ ਅੱਗ ਬਲਦੀ ਰਹਿੰਦੀ ਹੈ, ਸਮੱਗਰੀ ਪਾਈ ਜਾਂਦੀ ਹੈ। ਜਦੋਂ ਰਾਤ ਨੂੰ ਕੋਈ 9 ਕੁ ਦਾ ਸਮਾਂ ਹੋ ਜਾਂਦਾ ਹੈ, ਉਦੋਂ ਤੱਕ ਇਹ ਲਗਾਤਾਰ ਮੰਤਰਾਂ ਨੂੰ ਪੜ੍ਹ ਕੇ ਜਗ ਕਰਦਾ ਹੈ। ਸਰਵ ਨਿਸਾ ਪੁਨ ਪਠਤੇ ਰਹੇ। ਤੇ ਜਦੋਂ ਰਾਤ ਪੈ ਜਾਂਦੀ ਹੈ ਨਾ, ਰਾਤ ਨੂੰ ਵੀ ਫਿਰ ਵਾਰੀ-ਵਾਰੀ ਮੰਤਰ ਪੜ੍ਹਦੇ ਰਹਿੰਦੇ। ਲਗਾਤਾਰ ਹੀ ਕੰਮ ਸ਼ੁਰੂ ਕਰ ਦਿੱਤਾ ਵੀ ਹੁਣ ਕੰਮ ਨਿਬੇੜਨਾ ਕਰੀਏ। ਅਗਲੇ ਦਿਵਸ ਹਮ ਨਹੀਂ ਚਾਹੇ। ਤੇ ਕਹਿਣ ਲੱਗੇ ਵੀ ਜਦੋਂ ਅਗਲਾ ਦਿਨ ਹੋ ਜਾਂਦਾ ਫਿਰ ਅਗਲੇ ਪੰਡਤਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਵੀ ਆਹ ਰਾਤ ਨੂੰ ਮੰਤਰ ਪੜ੍ਹਨਗੇ, ਆ ਸਵੇਰੇ ਪੜ੍ਹਨਗੇ। ਲਗਾਤਾਰ ਕੰਮ ਚੱਲਦਾ ਪਿਆ ਹੈ। ਸੰਧਿਆ ਦੁਤੀ ਹੋਏ ਤਬ ਹਟੇ। ਜਦੋਂ ਦੂਜੀ ਰਾਤ ਹੋ ਜਾਂਦੀ ਫਿਰ ਹਟ ਜਾਂਦੇ ਹਨ। ਦਵਾਦਸ਼ ਪਹਿਰ ਮੰਤਰ ਹੀ ਰਟੇ। ਕਹਿਣ ਲੱਗੇ ਵੀ ਇਸ ਤਰ੍ਹਾਂ 36 ਘੰਟੇ ਲਗਾਤਾਰ ਇਹ ਮੰਤਰ ਪੜ੍ਹਦੇ ਰਹਿੰਦੇ ਵੀ ਅਸੀਂ ਪ੍ਰਗਟ ਕਰਨਾ ਹੈ। ਤਬ ਕਿਛ ਖਾਨ ਪਾਨ ਕੋ ਕਰੇ। ਤੇ ਜਦੋਂ 36 ਘੰਟੇ ਹੋ ਜਾਂਦੇ, ਪੰਡਤ ਵੀ ਬੜੇ ਹਠੀ ਨੇ, 36 ਘੰਟਿਆਂ ਦਾ ਜਾਪ ਕਰਕੇ ਫਿਰ ਭੋਜਨ ਪ੍ਰਸ਼ਾਦਾ ਛਕਦੇ ਹਨ। ਨਿੰਦਰਾ ਅਲਪ ਭੂਮ ਪਰ ਥਿਰੇ। ਤੇ ਸੌਂਦੇ ਵੀ ਥੋੜਾ ਹੀ ਨੇ, ਜੇ ਸੌਂਦੇ ਨੇ ਤਾਂ ਵੀ ਧਰਤੀ ਤੇ ਹੀ ਸੌਂਦੇ, ਮਿੱਟੀ ਦੇ ਉੱਪਰ, ਧਰਤੀ ਦੇ ਉੱਪਰ, ਭੂੰ ਤੇ ਹੀ, ਜ਼ਮੀਨ ਤੇ ਹੀ ਆਪਣਾ ਆਸਣ ਲਾਉਂਦੇ ਹਨ। ਚਤੁਰ ਪਹਿਰ ਵਿਸਰਾਮ ਕਰਨ ਤੇ। 4 ਪਹਿਰ ਫਿਰ ਆਰਾਮ ਕਰਦੇ ਨੇ। 4 ਪਹਿਰ ਜਿਹੜੇ ਨੇ ਆਰਾਮ ਦੇ ਵਿੱਚ, ਕਹਿ ਲਈਏ 12 ਘੰਟੇ ਆਰਾਮ ਕਰਦੇ ਹਨ। ਅੰਮ੍ਰਿਤ ਵੇਲੇ ਉਠ ਪਠਨ ਤੇ। ਫਿਰ ਅਗਲੇ ਦਿਨ ਅੰਮ੍ਰਿਤ ਵੇਲੇ ਉੱਠ ਪੈਂਦੇ ਹਨ। ਤਿਮਹੀ ਹਮ ਅਗਦ ਮਤ ਕਰੇ। ਗੁਰਮੁਖੋ ਇਸੇ ਤਰ੍ਹਾਂ ਜਿਹੜੇ ਹਵਨ ਹੁੰਦੇ ਰਹਿੰਦੇ ਹਨ। ਚਰੂ ਸੁਕਰ ਪੰਕਜ ਮੋਤਰ ਹੈ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਹੱਥ ਕਮਲ ਵਿੱਚ ਧਾਰਦੇ ਹਨ, ਚੁਰੂ ਭਰ ਕੇ ਨਾ ਚੁਲੀਆਂ ਅਨਾਜ ਦੀਆਂ, ਤੇ ਅਨਾਜ ਨੂੰ ਹੱਥ ਵਿੱਚ ਲੈ ਕੇ, ਮੁੱਠੀ ਵਿੱਚ ਲੈ ਕੇ ਫਿਰ ਮੰਤਰ ਪੜ੍ਹਦੇ। ਮੰਤਰ ਪੜ੍ਹ ਕੇ ਫਿਰ ਉਹ ਮੁੱਠੀ ਜਿਹੜੀ ਅੱਗ ਦੇ ਵਿੱਚ ਸੁੱਟਦੇ, ਨਾਲ ਬੋਲਦੇ ਸਵਾਹ ਸਵਾਹ ਕਰ ਕਰਕੇ ਜਿੰਨੀ ਸਮੱਗਰੀ ਹੈ ਉਹਨੂੰ ਵੀ ਸਵਾਹ ਹੀ ਕਰੀ ਜਾਂਦੇ ਅੱਗ ਵਿੱਚ ਪਾ ਕੇ।
ਐਸੇ ਮੰਤਰਾਂ ਨੂੰ ਪੜ੍ਹਦੇ ਪਏ ਹਨ। ਦੁਆਦਸ਼ ਪਹਿਰ ਹੋਮ ਆਰੰਭਾ। ਕਹਿਣ ਲੱਗੇ ਵੀ ਇਸ ਤਰ੍ਹਾਂ 12 ਜਿਹੜੇ ਪਹਿਰ ਹਨ, ਹੋਮ ਲਗਾਤਾਰ ਚੱਲਦਾ ਹੈ। ਸਕਲ ਬਿਲੋਕਿਤ ਭਏ ਅਚੰਬਾ। ਸਾਰੇ ਬੜੇ ਹੈਰਾਨ ਹੁੰਦੇ ਨੇ ਵੀ ਪੰਡਤ ਜੀ ਨੇ ਤਾਂ ਬਹੁਤਾ ਹੀ ਹਾਠ ਹੀ ਕਰ ਲਿਆ ਵੀ ਹੁਣ ਮੈਂ ਦੇਵੀ ਅੱਗ ਵਿੱਚੋਂ ਲੱਭਣੀ ਹੈ। ਮਹਾ ਉਗਰ ਤਪ ਤਾਪਨ ਕਰਹਿ। ਇਸ ਤਰ੍ਹਾਂ ਦਾ ਕਹਿਣ ਲੱਗੇ ਬੜਾ ਵੱਡਾ ਇਹਨਾਂ ਨੇ ਤਪ ਤਾਇਆ ਹੈ। ਰਹਿਣ ਦੇਨਾ ਮਨ ਧਿਆਨ ਸੁਤ ਨਾ ਧਰਿ। ਪਤਾ ਲੱਗਦਾ ਵੀ ਰਾਤ ਹੈ, ਨਾ ਪਤਾ ਲੱਗਦਾ ਦਿਨ ਹੈ, ਲਗਾਤਾਰ ਦਿਨੇ ਰਾਤ ਲੱਗੇ ਪਏ ਹਨ। ਚਤੁਰਭੁਜੀ ਮੈਂ ਬ੍ਰਿਤ ਠਹਿਰਾਈ। ਇਹਨਾਂ ਦਾ ਧਿਆਨ ਸਿਰਫ ਇਹਦੇ ਵਿੱਚ ਹੀ ਹੈ ਵੀ ਦੇਵੀ ਪ੍ਰਗਟ ਹੋਣੀ ਹੈ। ਭੇਕ ਰੂਪ ਨਾ ਅੰਤਰ ਰਾਈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹਨਾਂ ਦੀ ਕਿਰਿਆ ਨੂੰ ਵੇਖਦੇ ਨੇ, ਇਸ ਤਰ੍ਹਾਂ ਇਹਨਾਂ ਨੇ ਮਨ ਟਿਕਾਇਆ ਹੈ। ਕੇਤਕ ਦਿਨ ਇਸ ਵਿਧ ਕੋ ਕਰਕੇ। ਕਈ ਦਿਨ ਲੰਘ ਗਿਆ ਗੁਰਮੁਖੋ, ਅਜੇ ਵੀ ਪ੍ਰਗਟ ਹੋਣ ਦਾ ਕੋਈ ਸਮਾਂ ਨੇੜੇ ਨਹੀਂ ਆਇਆ। ਕਈ ਦਿਨ ਇਸ ਤਰੀਕੇ ਨਾਲ ਲੰਘੇ ਹਨ। ਕਰਤ ਪ੍ਰਸੰਨ ਚੰਡ ਹਿਤ ਧਰ ਕੇ। ਤੇ ਕਹਿਣ ਲੱਗੇ ਵੀ ਸਾਰਾ ਕੁਝ ਹੀ ਕਰਦੇ ਨੇ, ਜਿਹੜੀ ਬਲੀ ਦੇਣੀ ਪਵੇ ਦਿੱਤੀ ਜਾਂਦੀ ਹੈ, ਜੋ ਫੁੱਲ ਭੇਟ ਕਰਨਾ ਪੈਣ, ਜੋ ਵੀ ਮਿੱਠਾ ਪ੍ਰਸ਼ਾਦ, ਜੋ ਵੀ ਫਲ ਫਰੂਟ ਦੇਣਾ ਪਵੇ, ਸਭ ਕੁਝ ਦਿੰਦੇ ਨੇ ਵੀ ਕਿਸੇ ਤਰੀਕੇ ਨਾਲ ਪ੍ਰਗਟ ਹੋਣਾ ਕਰੇ। ਪੁਨ ਗੁਰ ਆਪਨ ਨੇਮ ਕੋ ਲਾਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੀ ਕਿਰਿਆ ਵਿੱਚ ਲੱਗੇ ਹੋਏ ਹਨ। ਸਭਾ ਜਾਮ ਜਾਮਨ ਤੇ ਜਾਗੇ। ਸਤਿਗੁਰੂ ਪਾਤਸ਼ਾਹ ਦਾ ਰੋਜ਼ ਦਾ ਹੀ ਗੁਰਮੁਖੋ ਇਹ ਨੇਮ ਹੈ ਵੀ ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਉੱਠ ਪੈਂਦੇ ਹਨ। ਦਵੈ ਘਟਕਾ ਮੈਂ ਸੌਚ ਇਸ਼ਨਾਨੇ। ਸਤਿਗੁਰੂ ਪਾਤਸ਼ਾਹ ਜੀ ਇਹ 2 ਘੜੀਆਂ ਲੱਗਦੀਆਂ, 24 ਮਿੰਟ, 48 ਮਿੰਟ, 50 ਮਿੰਟ ਦਾ ਸਮਾਂ ਮਹਾਰਾਜ ਨੂੰ ਇਸ਼ਨਾਨ ਕਰਦਿਆਂ, ਦਾਤਨ ਕੁਰਲਾ ਕਰਦਿਆਂ, ਬਸਤਰ ਵਗੈਰਾ ਪਹਿਨਦਿਆਂ ਇੰਨਾ ਸਮਾਂ ਲੱਗਦਾ ਹੈ। ਜਾਮ ਰਹੀ ਤੇ ਹੋ ਮਨ ਠਾਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਆਪਣੇ ਸਿਮਰਨ ਧਿਆਨ ਵਿੱਚ ਬੈਠ ਜਾਂਦੇ ਹਨ। ਸਭਾ ਜਾਮ ਦਿਨ ਆਵਹਿ ਤੇ ਜਾਵਦ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਦਿਨ ਚੜ੍ਹ ਜਾਂਦਾ, ਉਸ ਵੇਲੇ ਆਪਣੇ ਧਿਆਨ ਵਿੱਚ ਉੱਠਦੇ ਹਨ। ਬੈਠੇ ਰਹਿ ਏਕ ਰਸਤਾਵਦ। ਤੇ ਸਤਿਗੁਰੂ ਇਸ ਤਰ੍ਹਾਂ ਇੱਕ ਥਾਂ ਤੇ ਬੈਠੇ ਰਹਿੰਦੇ। ਗਿਰ ਪਰ ਹੀ ਬਾਸਾ ਬਹੁ ਕਰੇ। ਸਤਿਗੁਰੂ ਪਾਤਸ਼ਾਹ ਜੀ ਹਾਜ਼ਰੀ ਭਰਦੇ ਨੇ ਜਾ ਕੇ ਉੱਥੇ, ਜਿਹੜਾ ਟਿੱਲਾ ਹੈ ਨਾ, ਨੈਣੇ ਨਾਮ ਗੁਜਰ ਦਾ ਟਿੱਲਾ ਪਹਾੜ, ਉਸ ਪਹਾੜ ਦੇ ਉੱਪਰ ਮਹਾਰਾਜ ਕਈ ਵਾਰ ਜਾਂਦੇ ਫਿਰ ਹਾਜ਼ਰੀ ਭਰਨ ਵਾਸਤੇ, ਵੇਖਣ ਵਾਸਤੇ ਵੀ ਕੰਮਕਾਰ ਠੀਕ ਚੱਲਦਾ ਪਿਆ, ਠੀਕ ਪੜ੍ਹਦੇ ਪਏ, ਮੰਤਰ ਹਵਨ ਹੋ ਰਿਹਾ ਕਿ ਨਹੀਂ ਹੋ ਰਿਹਾ। ਇਹਨਾਂ ਹੋਵੇ ਥੱਲੇ ਉਡੀਕਦੇ ਰਹਿਣ ਵੀ ਉੱਪਰ ਹਵਨ ਹੁੰਦਾ ਪਿਆ ਤੇ ਉੱਪਰਲੇ ਜਿਹੜੇ ਉਹ ਸੁੱਤੇ ਹੋਣ ਆਰਾਮ ਨਾਲ ਵੀ ਕੋਈ ਨਹੀਂ ਉੱਤੇ ਕਿਹੜਾ ਆਉਣ ਲੱਗਾ। ਐਸਾ ਨਹੀਂ ਹੈ, ਮਹਾਰਾਜ ਨੇ ਸਿੱਖਾਂ ਦੀਆਂ ਵੀ ਡਿਊਟੀਆਂ ਲਾਈਆਂ ਹੋਈਆਂ, ਵਾਰੀ ਵਾਰੀ ਜਾਂਦੇ ਸਾਰੇ ਵੇਖਣ ਵਾਸਤੇ। ਆਪ ਵੀ ਮਹਾਰਾਜ ਜਾਂਦੇ ਵੀ ਇਹ ਕਿਸ ਤਰ੍ਹਾਂ ਹਵਨ ਕਰਦੇ ਹਨ। ਆਏ ਕਦਾਚਿਤ ਆਨੰਦਪੁਰੇ। ਕਦੇ ਕਦੇ ਮਹਾਰਾਜ ਜੀ ਥੱਲੇ ਵੀ ਆ ਜਾਂਦੇ, ਅਨੰਦਪੁਰ ਸਾਹਿਬ ਆ ਕੇ ਬਿਰਾਜਦੇ ਹਨ। ਪੂਰਬ ਦੇਸ਼ ਆਦ ਬੰਗਾਲਾ। ਕਹਿਣ ਲੱਗੇ ਪੂਰਬ ਦੇਸ਼ ਤੋਂ ਤੇ ਬੰਗਲਾਦੇਸ਼, ਇਹ ਸਾਰੇ ਦੇਸ਼ਾਂ ਦੇ ਨਾਮ ਹਨ। ਉਤਕੀ ਸੰਗਤ ਮੇਲ ਵਿਸਲ। ਬੜੀਆਂ ਸੰਗਤਾਂ ਆਉਂਦੀਆਂ, ਕੋਈ ਪੂਰਬ ਪਟਨੇ ਦੇ ਵੱਲੋਂ ਆਉਂਦਾ, ਕੋਈ ਬੰਗਲਾ ਤੋਂ, ਬੰਗਾਲ ਦੇਸ਼ ਤੋਂ, ਢਾਕੇ ਤੋਂ ਸੰਗਤਾਂ ਆਉਂਦੀਆਂ ਹਨ। ਬ੍ਰਹਮ ਪੁੱਤਰ ਲਗ ਢਾਕਾ ਆਦ। ਬ੍ਰਹਮਪੁੱਤਰਾ ਨਦੀ ਦਾ ਨਾਮ ਹੈ। ਬ੍ਰਹਮਪੁੱਤਰਾ ਨਦੀ ਪਾਰ ਕਰਕੇ ਢਾਕਾ ਜਿਸ ਨੂੰ ਕਿਹਾ ਜਾਂਦਾ, ਅੱਜ ਬੰਗਲਾਦੇਸ਼ ਦੀ ਰਾਜਧਾਨੀ ਹੈ ਢਾਕਾ ਦੇਸ਼। ਕਹਿਣ ਲੱਗੇ ਵੀ ਇਸ ਤਰ੍ਹਾਂ ਇਹਨਾਂ ਇਲਾਕਿਆਂ ਵਿੱਚੋਂ ਬੇਅੰਤ ਸੰਗਤ ਮਹਾਰਾਜ ਦੀ ਆਉਂਦੀ ਹੈ। ਪਟਨਾ ਅਰ ਮਕਸੂਦਾਬਾਦ। ਇਸ ਤਰ੍ਹਾਂ ਪਟਨਾ ਸ਼ਹਿਰ ਦਾ ਨਾਮ ਹੈ ਜਿੱਥੇ ਮਹਾਰਾਜ ਦਾ ਅਵਤਾਰ ਹੋਇਆ, ਉੱਥੋਂ ਦੀਆਂ ਸੰਗਤਾਂ ਵੀ ਆਉਂਦੀਆਂ। ਤੇ ਮਕਸੂਦਾਬਾਦ ਵੀ ਸ਼ਹਿਰ ਦਾ ਹੀ ਨਾਮ ਹੈ, ਇੱਥੋਂ ਦੀਆਂ ਸੰਗਤਾਂ ਵੀ ਆਉਂਦੀਆਂ ਹਨ। ਦਰਸ਼ਨ ਹੇਤ ਆਨੰਦਪੁਰ ਆਏ। ਬੇਅੰਤ ਸੰਗਤਾਂ ਆਨੰਦਪੁਰ ਸਾਹਿਬ ਪਹੁੰਚਦੀਆਂ ਹਨ। ਅਨਕ ਅਕੋਰਨ ਅਰਪਣ ਲਿਆਏ। ਕਈ ਤਰ੍ਹਾਂ ਦੀਆਂ ਭੇਟਾਂ ਮਹਾਰਾਜ ਦੇ ਅੱਗੇ ਲਿਆ ਕੇ ਸੰਗਤਾਂ ਭੇਟ ਕਰਦੀਆਂ ਹਨ। ਆਨੇ ਆਨੰਦਪੁਰ ਡੇਰਾ ਕੀਨਾ। ਸੰਗਤਾਂ ਆਨੰਦਪੁਰ ਸਾਹਿਬ ਦੇ ਵਿੱਚ ਆ ਕੇ ਡੇਰਾ ਕਰਦੀਆਂ, ਆ ਕੇ ਰੁਕਦੀਆਂ ਹਨ। ਸਿੱਖ ਹਜ਼ਾਰੋਂ ਵੱਡੇ ਪ੍ਰਵੀਨ। ਅਤੇ ਇਹ ਸੰਗਤ ਦੇ ਵਿੱਚ ਗੁਰਮੁਖੋ ਬੜੇ ਬੜੇ ਮਹਾਰਾਜ ਦੇ ਸਿਆਣੇ ਸਿੱਖ ਆਏ ਚੱਲ ਕੇ। ਸੰਗਤਾਂ ਨੂੰ ਵੀ ਦੂਰ ਦੂਰ ਪਤਾ ਲੱਗ ਗਿਆ ਨਾ ਵੀ ਮਹਾਰਾਜ ਹਵਨ ਜੱਗ ਕਰਦੇ ਪਏ। ਬੜੇ ਬੜੇ ਸਿਆਣੇ ਸਿੱਖ ਪੁੱਛਣ ਵਾਸਤੇ, ਬਚਨ ਬਿਲਾਸ ਕਰਨ ਵਾਸਤੇ ਆਉਂਦੇ ਹਨ। ਸੁਨਿਓ ਸਭਨ ਸਤ ਗੁਰ ਗਿਰ ਪਰ ਹੈ। ਸਾਰਿਆਂ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਉੱਪਰ ਪਹਾੜੀ ਤੇ ਚੜ੍ਹ ਕੇ ਬੈਠੇ ਹਨ। ਜਗਦੰਬਾ ਕੋ ਪੂਜਨ ਕਰ ਹੈ। ਲੋਕਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਮਹਾਰਾਜ ਉੱਥੇ ਪੂਜਾ ਕਰਵਾਉਂਦੇ ਪਏ ਨੇ। ਲਿਓ ਮਸੰਦ ਸੰਗ ਤਬ ਸੰਗਤ। ਉਸ ਵੇਲੇ ਸੰਗਤਾਂ ਨੇ ਆਖਿਆ ਵੀ ਅਸੀਂ ਵੀ ਉੱਪਰ ਹੀ ਜਾ ਕੇ ਵੇਖਣਾ ਵੀ ਮਹਾਰਾਜ ਕੀ ਕਰਦੇ। ਸੰਗਤਾਂ ਉੱਪਰ ਚਲੇ ਗਈਆਂ ਹਨ। ਦਰਸ਼ਨ ਚਹਿ ਪ੍ਰੇਮ ਮਨ ਰੰਗਤ। ਤੇ ਸਤਿਗੁਰੂ ਪਾਤਸ਼ਾਹ ਦੇ ਸੰਗਤਾਂ ਫਿਰ ਦਰਸ਼ਨ ਕਰਦੀਆਂ ਹਨ। ਗਏ ਸਕਲ ਚਲ ਕੇ ਤਿਸ ਥਾਨਾ। ਕਹਿਣ ਲੱਗੇ ਵੀ ਸਾਰੀ ਸੰਗਤ ਚੱਲ ਕੇ, ਜਿਹੜਾ ਮਜਨੂ ਦਾ ਟਿੱਲਾ ਹੈ, ਵਾਹਿਗੁਰੂ ਜੀ, ਜਿਹੜੇ ਨੈਣੇ ਨਾਮ ਗੁੱਜਰ ਦਾ ਟਿੱਲਾ ਹੈ, ਜਿਸ ਨੂੰ ਨੈਣਾ ਦੇਵੀ ਅੱਜ ਆਖਿਆ ਜਾਂਦਾ ਹੈ, ਕਹਿਣ ਲੱਗੇ ਉਸ ਗੁੱਜਰ ਦੇ ਟਿੱਲੇ ਦੇ ਪਹਾੜੀ ਦੇ ਉੱਪਰ ਚੱਲ ਕੇ ਗਏ ਹਨ। ਜਹਾਂ ਬਿਰਾਜਤ ਕਿਰਪਾ ਨਿਧਾਨਾ। ਸਤਿਗੁਰੂ ਜੀ ਇੱਥੇ ਬੈਠੇ ਹੋਏ ਹਨ। ਮੰਤਰ ਪਾਠ ਕਰ ਲੀਨ ਹਮਨ ਜਬ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬੈਠੇ ਹੋਏ ਤੇ ਕਹਿਣ ਲੱਗੇ ਪੰਡਤ ਮੰਤਰਾਂ ਦਾ ਪਾਠ ਕਰਦੇ ਹਨ। ਉਠੇ ਭਵਨ ਤੇ ਆਨ ਪ੍ਰਭੂ ਤਬ। ਤੇ ਸਤਿਗੁਰਾਂ ਨੂੰ ਸੰਗਤਾਂ ਨੇ, ਸਿੱਖਾਂ ਨੇ ਦੱਸਿਆ ਮਹਾਰਾਜ ਸੰਗਤ ਆਈ ਹੈ, ਤੇ ਸਤਿਗੁਰੂ ਉੱਠ ਕੇ ਸੰਗਤ ਨੂੰ ਮਿਲਣ ਵਾਸਤੇ ਆਏ ਹਨ। ਨਾਨਾ ਚਰਿੱਤਰ ਫਰਸ਼ ਮਹਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਖਿਆ ਸੋਹਣਾ ਫਰਸ਼ ਵਿਛਾਓ।
ਜਾਓ, ਸੋਹਣੀਆਂ ਵਿਛਾਈਆਂ ਕਰੋ, ਸੰਗਤ ਨੂੰ ਬਿਠਾਓ, ਇਹਨਾਂ ਨਾਲ ਬਚਨ ਬਲਾਸ ਕਰੀਏ। ਬੈਠ ਵਿਰਾਜਤ ਭੇਤ ਸਥਾਨ, ਤੇ ਸਤਿਗੁਰੂ ਜੀ ਫਿਰ ਉਸ ਸਥਾਨ ਦੇ ਉੱਪਰ ਬਿਰਾਜਮਾਨ ਹੋਏ। ਹੁਕਮ ਭਇਓ ਸੰਗਤ ਅਬ ਆਵੇ, ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਵਿਛਾਈ ਹੋ ਗਈ ਹੈ, ਜਾਓ ਸੰਗਤ ਨੂੰ ਬੁਲਾ ਕੇ ਲਿਆਓ, ਬਚਨ ਬਲਾਸ ਕਰੀਏ। ਮਨੋ ਕਾਮਨਾ ਦਰਸ਼ਨ ਪਾਵੇ, ਜਿਹੜਾ ਜਿਹੜਾ ਸੰਗਤ ਵਿੱਚੋਂ ਦਰਸ਼ਨ ਕਰੇਗਾ ਉਸ ਦੀਆਂ ਮਨ ਦੀਆਂ ਕਾਮਨਾਵਾਂ ਪੂਰੀਆਂ ਜਾਏ ਹੋਣਗੀਆਂ। ਮੇਵਰੇ ਤੁਰਤ ਹਕਾਰੇ। ਉਸ ਵੇਲੇ ਮਹਾਰਾਜ ਦੇ ਸੇਵਾਦਾਰ ਫਿਰ ਸੰਗਤ ਨੂੰ ਆਵਾਜ਼ ਮਾਰਦੇ ਵੀ ਆਓ ਭਾਈ, ਆ ਕੇ ਸਤਿਗੁਰਾਂ ਦੇ ਦਰਸ਼ਨ ਕਰੋ। ਸਹਿਤ ਮਸੰਦਨ ਸਿੱਖ ਹਜ਼ਾਰੇ, ਤੇ ਹਜ਼ਾਰਾਂ ਹੀ ਮਸੰਦ ਤੇ ਹਜ਼ਾਰਾਂ ਹੀ ਸੰਗਤਾਂ ਆਪਣੇ ਆਪਣੇ ਇਲਾਕਿਆਂ ਵਿੱਚੋਂ ਲੈ ਕੇ ਆਏ ਹਨ। ਹਰਖਤ ਹੋਏ ਕਰ ਅਨਕਿਆ ਕੋਰ, ਇਹ ਜਿਹੜੇ ਮਸੰਦ ਨੇ ਬੜੇ ਖੁਸ਼ ਹੋ ਕੇ ਕਈ ਤਰ੍ਹਾਂ ਦੀਆਂ ਭੇਟਾਂ ਅੱਗੇ ਰੱਖ ਕੇ ਮੱਥਾ ਟੇਕਦੇ ਹਨ। ਆਏ ਸ਼ੀਗਰ ਦਰਸ ਕੀ ਲੋਰ, ਤੇ ਇਹਨਾਂ ਦੇ ਮਨ ਦੇ ਵਿੱਚ ਬੜੀ ਜ਼ਿਆਦੀ ਦਰਸ਼ਨਾਂ ਦੀ ਭਾਵਨਾ ਹੈ, ਇਸ ਕਰਕੇ ਬੜੀ ਛੇਤੀ ਆਏ ਹਨ। ਜੋਰ ਜੋਰ ਕਰ ਪੱਗ ਸਿਰ ਧਰ ਧਰ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਦੇ ਉੱਪਰ ਹੱਥ ਜੋੜ ਜੋੜ ਕੇ ਨਮਸਕਾਰ ਕਰਦੇ, ਮੱਥਾ ਟੇਕਦੇ ਹਨ। ਹਰ ਪਹਿ ਅਗਰ ਬੇਨਤੀ ਕਰ ਤੇ ਕਰ, ਆਪੋ ਆਪਣੀ ਭੇਟਾ ਮਹਾਰਾਜ ਦੇ ਅੱਗੇ ਰੱਖਦੇ ਪਏ, ਨਾਲ ਨਾਲ ਸਤਿਗੁਰਾਂ ਨੂੰ ਬੇਨਤੀਆਂ ਕਰਦੇ ਹਨ। ਇੱਕ ਮਾਲੀ ਪਟਨੇ ਬਸਨੀਕ, ਕਹਿਣ ਲੱਗੇ ਵੀ ਇਹ ਸੰਗਤ ਵਿੱਚ ਗੁਰਮੁਖੋ ਇੱਕ ਮਾਲੀ ਆਇਆ, ਇਹ ਰਹਿਣ ਵਾਲਾ ਪਟਨੇ ਦਾ ਹੈ। ਪਟਨਾ ਸ਼ਹਿਰ ਜਿੱਥੇ ਮਹਾਰਾਜ ਦਾ ਅਵਤਾਰ ਹੋਇਆ ਨਾ, ਉੱਥੋਂ ਦਾ ਰਹਿਣ ਵਾਲਾ ਇਹ ਮਾਲੀ ਹੈ। ਫੁੱਲ ਵਗੈਰਾ ਪੌਦੇ ਵਗੈਰਾ ਪੈਦਾ ਕਰਨੇ, ਉਹਨਾਂ ਨੂੰ ਵੱਡੇ ਕਰਨਾ। ਕਹਿਣ ਲੱਗੇ ਵੀ ਇਹ ਮਾਲੀ ਹੈ, ਪਟਨਾ ਸਾਹਿਬ ਤੋਂ ਚੱਲ ਕੇ ਆਇਆ ਹੈ। ਬੰਦਤ ਚਰਨ ਦਰਸ ਕੋ ਕੀਨ, ਇਸ ਨੇ ਅੱਗੇ ਹੋ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਤਿਸ ਕੋ ਦੇਖਤ ਪ੍ਰਭੂ ਬਖਾਨਾ, ਸਤਿਗੁਰਾਂ ਨੇ ਵੇਖਿਆ ਇਹਦੇ ਵੱਲ, ਮਾਲੀ ਦੇ ਵੱਲ, ਤੇ ਮਹਾਰਾਜ ਵੇਖ ਕੇ ਫਿਰ ਕਹਿਣ ਲੱਗੇ, ਜਦੋਂ ਵੇਖਿਆ ਨਾ ਮਾਲੀ ਦੇ ਵੱਲ, ਤੇ ਮਾਲੀ ਸਮਝ ਗਿਆ ਵੀ ਮਹਾਰਾਜ ਨੇ ਵੇਖਿਆ, ਕੁਝ ਮੈਨੂੰ ਸਵਾਲ ਕਰਨ ਲੱਗੇ। ਇਹ ਮਾਲੀ ਕੋਲ ਹੀ ਖੜ ਗਿਆ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ। ਸਤਿਗੁਰਾਂ ਨੇ ਵੇਖਿਆ ਤੇ ਫਿਰ ਆਖਣ ਲੱਗੇ ਹਨ, ਕਿਆ ਤੁਮ ਨਿਕਟ ਭੇਟ ਹਿਤ ਆਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਮਾਲੀ ਤੂੰ ਸਾਡੇ ਵਾਸਤੇ ਕੀ ਲੈ ਕੇ ਆਇਆ? ਸਾਰੀ ਸੰਗਤ ਕੋਈ ਕੱਪੜਾ ਲੈ ਕੇ ਆਈ ਹੈ, ਕੋਈ ਪੈਸਾ ਲੈ ਕੇ ਆਈ ਹੈ, ਕੋਈ ਹੋਰ ਬਰਤਨ, ਕੋਈ ਸ਼ਸਤਰ ਲੈ ਕੇ ਆਇਆ, ਤੂੰ ਆਇਆ ਸਾਡੇ ਵਾਸਤੇ, ਤੂੰ ਕੀ ਲੈ ਕੇ ਆਇਆ? ਵਿਸ਼ੇਸ਼ ਤੌਰ ਤੇ ਪੁੱਛਿਆ। ਮਹਾਰਾਜ ਜਾਣਦੇ ਨਾ ਵੀ ਸਾਡੀ ਜਨਮ ਧਰਤੀ ਤੋਂ ਇਹ ਆਇਆ ਹੈ। ਮਹਾਰਾਜ ਪ੍ਰੇਮ ਦੇ ਨਾਲ ਪੁੱਛਦੇ ਪਏ, ਕਹਿਣ ਲੱਗੇ, ਮਾਲੀ ਤੂੰ ਆਇਆ ਸਾਡੇ ਦਰਸ਼ਨ ਕਰਨ ਵਾਸਤੇ, ਪਰ ਸਾਡੇ ਵਾਸਤੇ ਕੀ ਲੈ ਕੇ ਆਇਆ ਹੈ? ਮਹਾਰਾਜ ਮੈਂ ਬਾਗ ਲਗਾਇਓ। ਉਸ ਵੇਲੇ ਇਹ ਮਾਲੀ ਨੇ ਹੱਥ ਜੋੜੇ, ਕਹਿਣ ਲੱਗਾ, ਮਹਾਰਾਜ ਵੀ ਮੈਂ ਬਹੁਤ ਬਾਗ ਲਾਏ ਨੇ ਪਟਨਾ ਸਾਹਿਬ ਦੇ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਬਾਗ ਪਸੰਦ ਵੀ ਬੜੇ ਨੇ। ਕਹਿਣ ਲੱਗਾ, ਮਹਾਰਾਜ ਮੈਂ ਪਟਨੇ ਦੇ ਵਿੱਚ ਬੜੇ ਬਾਗ ਲਾਏ ਹੋਏ ਹਨ। ਹਿਤ ਰਾਵਰ ਕੇ ਤਰਵਰ ਲਿਆਇਓ, ਤੇ ਮਹਾਰਾਜ ਮੈਂ ਤੁਹਾਡੇ ਵਾਸਤੇ ਇੱਕ ਨਿੱਕਾ ਜਿਹਾ ਬੂਟਾ ਲੈ ਕੇ ਆਇਆ ਆਪਣੇ ਬਾਗ ਦੇ ਵਿੱਚੋਂ। ਸਤਿਗੁਰਾਂ ਨੇ ਪੁੱਛਿਆ ਨਾ ਵੀ ਲਿਆਂਦਾ ਕੀ ਹੈ ਸਾਡੇ ਵਾਸਤੇ? ਤੇ ਹੁਣ ਮਾਲੀ ਤੇ ਬਾਗ ਹੀ ਪਾਲੇਗਾ ਨਾ, ਤੇ ਮਾਲੀ ਕੋਲ ਤੇ ਹੁਣ ਬੂਟੇ ਹੀ ਮਿਲਣਗੇ ਨਾ, ਹੋਰ ਕੀ ਮਿਲ ਸਕਦਾ? ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੇ ਵਾਸਤੇ ਇੱਕ ਨਿੱਕਾ ਜਿਹਾ ਬੂਟਾ ਲੈ ਕੇ ਆਇਆ ਰੁੱਖ ਦਾ, ਉਹ ਆਪ ਜੀ ਦੇ ਵਾਸਤੇ ਲਿਆਂਦਾ ਹੈ। ਉਤਮ ਬੜ ਰਸਾਲ ਕੋ ਹੈ, ਮਹਾਰਾਜ ਇਹ ਬੜੀ ਚੰਗੀ ਨਸਲ ਹੈ, ਇਹਦੇ ਫਲ ਜਿਹੜੇ ਹੋਣਗੇ ਉਹ ਬੜੇ ਰਸ ਵਾਲੇ ਹੋਣਗੇ। ਇਹੋ ਜਿਹਾ ਮੈਂ ਵਧੀਆ ਨਸਲ ਕਿਸਮ ਦਾ ਇਹ ਪੌਦਾ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਇਆ, ਜਿਹਨੂੰ ਫਲ ਲੱਗਣਗੇ ਔਰ ਫਲ ਬੜੇ ਸਵਾਦਿਸ਼ਟ ਹੋਣਗੇ, ਸਵਾਦ ਵਾਲੇ ਫਲ ਹੋਣਗੇ, ਐਸਾ ਮੈਂ ਤੁਹਾਡੇ ਵਾਸਤੇ ਇੱਕ ਪੌਦਾ ਲੈ ਕੇ ਆਇਆ ਹਾਂ। ਲੱਗ ਹੈ ਤਹਾਂ ਜੇਠਾਂ ਪ੍ਰਭ ਕਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਦੱਸ। ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਦੱਸੋ ਮੈਂ ਲਾਵਾਂ ਕਿੱਥੇ? ਤੁਹਾਡਾ ਜਿੱਥੇ ਹੁਕਮ ਹੋਵੇਗਾ ਨਾ, ਮੈਂ ਇਹ ਪੌਦਾ ਉੱਥੇ ਹੀ ਲਾ ਦਿਆਂਗਾ। ਤੁਸੀਂ ਦੱਸੋ ਵੀ ਕਿਹੜੀ ਜਗ੍ਹਾ ਤੇ ਮੈਂ ਲਾਉਣਾ ਕਰਾਂ। ਜਦੋਂ ਮਾਲੀ ਨੇ ਪੁੱਛਿਆ ਨਾ, ਮਹਾਰਾਜ ਪੌਦਾ ਲਾਉਣਾ ਕਿੱਥੇ ਹੈ, ਤੇ ਫਿਰ ਸਤਿਗੁਰੂ ਜੀ ਸੁਣ ਕੇ ਉਸ ਵੇਲੇ ਸੁਨ ਸਤਿਗੁਰ ਨਿਜ ਧਨੁਖ ਸੰਭਾਰਾ। ਮਹਾਰਾਜ ਦੇ ਸਾਹਮਣੇ ਸਤਿਗੁਰਾਂ ਦਾ ਤੀਰ ਕਮਾਨ ਪਿਆ ਹੋਇਆ। ਮਹਾਰਾਜ ਨੇ ਪਾਇਆ ਆਪਣਾ ਖੱਬਾ ਹੱਥ ਆਪਣੇ ਕਮਾਨ ਨੂੰ, ਤੇ ਸੱਜੇ ਹੱਥ ਵਿੱਚ ਮਹਾਰਾਜ ਨੇ ਜਦੋਂ ਤੀਰ ਫੜਿਆ ਨਾ, ਇਹ ਮਾਲੀ ਵਿਚਾਰਾ ਹੈਰਾਨ ਹੋ ਕੇ ਡਰ ਗਿਆ, ਕਿਤੇ ਮਹਾਰਾਜ ਤੀਰ ਦਾ ਮੂੰਹ ਮੇਰੇ ਵੱਲ ਹੀ ਨਾ ਕਰ ਦੇਣ। ਹੁਣ ਸਤਿਗੁਰੂ ਤੇ ਕੌਤਕ ਵਰਤਾਉਣਾ ਚਾਹੁੰਦੇ, ਪਰ ਉਹਨੂੰ ਨਹੀਂ ਪਤਾ ਵੀ ਇਹ ਕੌਤਕ ਕੀ ਕਰਨ ਲੱਗੇ। ਡਰ ਕੇ 2 ਕਦਮ ਪਿੱਛੇ ਹੋਇਆ। ਸਤਿਗੁਰੂ ਕਹਿਣ ਲੱਗੇ, ਡਰਨਾ, ਤੂੰ ਸਾਨੂੰ ਜਗ੍ਹਾ ਪੁੱਛੀ ਹੈ ਵੀ ਮਹਾਰਾਜ ਮੈਂ ਲਾਵਾਂ ਕਿੱਥੇ? ਕਹਿਣ ਲੱਗੇ, ਉਹ ਜਗ੍ਹਾ ਹੀ ਤੈਨੂੰ ਅਸੀਂ ਦੱਸਣ ਲੱਗੇ ਹਾਂ, ਤੈਨੂੰ ਕੁਝ ਨਹੀਂ ਕਹਿਣ ਲੱਗੇ। ਮਹਾਰਾਜ ਨੇ ਤੀਰ ਕਮਾਨ ਹੱਥਾਂ ਵਿੱਚ ਲਿਆ ਹੈ। ਖਿੰਚਤ ਤਬੈ ਬਾਣ ਕੋ ਮਾਰਾ। ਤੇ ਸਤਿਗੁਰਾਂ ਨੇ ਫਿਰ ਕਮਾਨ ਦੇ ਵਿੱਚ ਜੋੜ ਕੇ ਨਾ ਤੀਰ, ਤੇ ਬੜੇ ਬਲ ਦੇ ਨਾਲ ਖਿੱਚਿਆ, ਤੇ ਖਿੱਚ ਕੇ ਫਿਰ ਤੀਰ ਜਿਸ ਵੇਲੇ ਚਲਾਇਆ ਹੈ, ਸਵਾ ਕੋਸ ਪਰ ਉਤਰਿਓ ਜਾਈ। ਸਤਿਗੁਰਾਂ ਦੇ ਤੀਰ ਗੁਰਮੁਖੋ ਬੜੀ ਬੜੀ ਦੂਰ ਜਾਂਦੇ। ਸਵਾ ਕੋਹ ਦੀ ਦੂਰੀ ਤੇ ਜਾ ਕੇ
ਮਹਾਰਾਜ ਦਾ ਤੀਰ ਥੱਲੇ ਧਰਤੀ ਤੇ ਉਤਰਿਆ। ਇੰਨੀ ਦੂਰ ਇੰਨੀ ਰਫ਼ਤਾਰ ਦੇ ਨਾਲ ਤੀਰ ਪਹੁੰਚਿਆ ਕਿ ਸਵਾ ਕੋਹ ਦੀ ਦੂਰੀ ਤੇ ਜਾ ਕੇ ਇਹ ਤੀਰ ਧਰਤੀ ਤੇ ਵੱਜਾ, ਧਰਤੀ ਤੇ ਡਿੱਗਿਆ। ਆਪਾਂ ਇਤਿਹਾਸ ਵਿੱਚ ਇਹ ਬਚਨ ਪੜ੍ਹਦੇ ਹਾਂ ਨਾ ਵੀ ਚਮਕੌਰ ਦੀ ਗੜੀ ਨੂੰ ਬੜੀ ਵੱਡੀ ਫੌਜ ਨੇ ਘੇਰਾ ਪਾਇਆ। 10 ਲੱਖ ਦੀ ਗਿਣਤੀ ਤੇ 10ਵੇਂ ਪਾਤਸ਼ਾਹ ਮਹਾਰਾਜ ਨੇ ਆਪ ਲਿਖੀ ਹੈ। ਜਿਹੜਾ ਜਫਰਨਾਮਾ ਭੇਜਿਆ ਨਾ ਔਰੰਗਜ਼ੇਬ ਬਾਦਸ਼ਾਹ ਨੂੰ, ਉਹਦੇ ਵਿੱਚ 10 ਲੱਖ ਦਾ ਵੇਰਵਾ ਆਪ ਦਿੱਤਾ ਮਹਾਰਾਜ ਨੇ। ਪਰ ਉਹਦੇ ਤੋਂ ਬਿਨਾਂ ਹੋਰ ਵੀ ਰਾਜੇ ਰਜਵਾੜੇ ਤੇ ਕਈ ਲੁੱਟਣ ਖੋਹ ਵਾਲੇ ਕਿੰਨੇ ਕੁ ਵਿੱਚ ਰਲ ਗਏ, ਉਹਨਾਂ ਦੀ ਗਿਣਤੀ ਇਹਦੇ ਤੋਂ ਪਰੇ ਹੈ। ਇੰਨੀ ਵੱਡੀ ਫੌਜ ਗੜੀ ਦੇ ਨੇੜੇ ਤਾਂ ਨਹੀਂ ਜਾ ਸਕੀ ਕਿਉਂਕਿ ਮਹਾਰਾਜ ਦੇ ਤੀਰ ਬੜੀ ਦੂਰ ਦੂਰ ਤੱਕ ਜਾ ਕੇ ਮਾਰ ਕਰਦੇ ਸਨ ਤੇ ਉਹਨਾਂ ਦੇ ਮਨ ਵਿੱਚ ਭੈ ਸੀ ਜਿਹੜਾ ਤੀਰ ਦੀ ਰੇਂਜ ਦੇ ਵਿੱਚ ਆ ਗਿਆ ਮਹਾਰਾਜ ਉਹਨੂੰ ਜਿਉਂਦਾ ਨਹੀਂ ਛੱਡਣਗੇ। ਕੰਧ ਦੇ ਨੇੜੇ ਹੋਈਏ ਨਾ ਤੇ ਬੰਦਾ ਲੁੱਕ ਕੇ ਸ਼ਹਿ ਕੇ ਤੇ ਮਿੰਟੋ ਮਿੰਟੀ ਕੰਧ ਤੇ ਚੜ੍ਹ ਜਾਂਦਾ ਹੈ। ਪਰ ਹੁਣ 1 ਕਿਲੋਮੀਟਰ ਦੀ ਦੂਰੀ ਤੋਂ ਭੱਜ ਕੇ ਆਉਣਾ ਕਿੰਨਾ ਟਾਈਮ ਲੱਗੇਗਾ, ਮਹਾਰਾਜ ਕਿੰਨੇ ਤੀਰ ਚਲਾ ਦੇਣਗੇ ਤੇ ਕਿਹੜੇ ਕਿਹੜੇ ਤੀਰ ਦੀ ਭੇਟ ਚੜ੍ਹ ਜਾਣਗੇ, ਗਿਣਤੀ ਕੋਈ ਨਹੀਂ ਹੋਵੇਗੀ। ਐਸਾ ਡਰ ਸੀ ਉਹਨਾਂ ਦੇ ਮਨ ਵਿੱਚ ਵੀ ਕਿਹੜਾ ਹੁਣ ਅੱਗੇ 1 ਕਿਲੋਮੀਟਰ ਭੱਜ ਕੇ ਤੇ ਫਿਰ ਕੰਧ ਚੜ੍ਹੇ, ਫਿਰ ਗੜੀ ਦੇ ਅੰਦਰ ਜਾਵੇ। ਇੰਨੀ ਦੂਰ ਉਹਨਾਂ ਨੂੰ ਗੜੀ ਛੱਡ ਕੇ ਤੇ ਦੂਰ ਦੂਰ ਬੈਠਣਾ ਪਿਆ ਜਿੱਥੇ ਮਹਾਰਾਜ ਦੇ ਤੀਰ ਨਾ ਪਹੁੰਚ ਸਕਣ। ਧੰਨ 10ਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਤੀਰ ਜਿਹੜੇ ਨੇ ਬੜੀ ਦੂਰ ਤੱਕ ਮਾਰ ਕਰਦੇ। ਇੱਥੇ ਮਹਾਰਾਜ ਨੇ ਤੀਰ ਕਮਾਨ ਚੁੱਕਿਆ। ਮਾਲੀ ਕਹਿਣ ਲੱਗਾ ਮਹਾਰਾਜ ਪੌਦਾ ਕਿੱਥੇ ਲਾਈਏ? ਤੇ ਸਤਿਗੁਰੂ ਕਹਿੰਦੇ ਜਗ੍ਹਾ ਤੈਨੂੰ ਅਸੀਂ ਦੱਸਦੇ ਹਾਂ। ਉਸ ਵੇਲੇ ਜੋੜ ਕੇ ਤੀਰ ਕਮਾਨ ਦੇ ਵਿੱਚ ਮਹਾਰਾਜ ਨੇ ਖਿੱਚ ਕੇ ਜਦੋਂ ਚਲਾਇਆ ਤੇ ਕਹਿਣ ਲੱਗੇ ਇਹ ਤੀਰ ਜਿਹੜਾ ਸਵਾ ਕੋਹ ਦੂਰ ਜਾ ਕੇ ਜਿੱਥੇ ਮਹਾਰਾਜ ਬੈਠੇ ਸਨ ਉਹਦੇ ਤੋਂ ਇੰਨਾ ਦੂਰ ਜਾ ਕੇ ਤੀਰ ਧਰਤੀ ਤੇ ਲੱਗਾ ਹੈ। ਤਿਤ ਦਿਸ਼ ਤਿਸ ਕੋ ਦੀਨ ਬਤਾਈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਮਾਲੀ ਜਿੱਧਰ ਨੂੰ ਸਾਡਾ ਤੀਰ ਗਿਆ ਨਾ ਉਹਨੂੰ ਵੇਖ, ਲੱਭ ਵੀ ਉਹ ਗਿਆ ਕਿਹੜੇ ਪਾਸੇ ਹੈ। ਉਸ ਤੀਰ ਨੂੰ ਉਸ ਵੇਲੇ ਲੱਭ ਕੇ ਸੇਵਕ ਲੈ ਕਰ ਸੰਗ ਸਿਧਾਏ। ਉਸ ਵੇਲੇ ਮਹਾਰਾਜ ਨੇ 2-4 ਨਾਲ ਸਿੱਖ ਭੇਜੇ। ਕਹਿਣ ਲੱਗੇ ਜਾਓ ਭਾਈ ਮਾਲੀ ਹੋਰ ਕਿਸੇ ਥਾਂ ਤੋਂ, ਪਟਨਾ ਸਾਹਿਬ ਤੋਂ ਆਇਆ, ਇਹਨੂੰ ਇਸ ਇਲਾਕੇ ਦਾ ਭੇਦ ਨਹੀਂ ਹੈ, ਪਤਾ ਨਹੀਂ ਹੈ। ਨਾਲ 2-4 ਸਿੱਖ ਭੇਜੇ। ਮਹਾਰਾਜ ਕਹਿੰਦੇ ਜਾਓ ਨਾਲ ਇਹਦੇ ਤੀਰ ਲੱਭੋ ਕਿੱਥੇ ਡਿੱਗਿਆ ਹੈ। ਮਾਲੀ ਦੇ ਨਾਲ 2-4 ਸੇਵਕ ਭੇਜੇ ਹਨ। ਕੱਢਿਓ ਤੀਰ ਜਹੈ ਬਾਣ ਦਿਖਾਏ। ਤੇ ਗੁਰਮੁਖੋ ਚਲਦਿਆਂ ਨਾ ਇਹ ਉੱਥੇ ਪਹੁੰਚ ਗਿਆ ਜਿੱਥੇ ਮਹਾਰਾਜ ਦਾ ਤੀਰ ਡਿੱਗਿਆ। ਤੀਰ ਜਾ ਕੇ ਇਹ ਮਹਾਰਾਜ ਦੇ ਸਿੱਖਾਂ ਨੇ ਤੇ ਮਾਲੀ ਨੇ ਲੱਭ ਲਿਆ ਤੇ ਤੀਰ ਨੂੰ ਧਰਤੀ ਵਿੱਚੋਂ ਪੱਟ ਕੇ ਤਾਂ ਆਰੋਪਨ ਕੀਨ ਸੰਭਾਲੀ। ਉਸ ਵੇਲੇ ਸਿੱਖਾਂ ਨੇ ਮਾਲੀ ਨੂੰ ਇਸ਼ਾਰਾ ਕੀਤਾ ਵੀ ਮਹਾਰਾਜ ਦਾ ਹੁਕਮ ਸੀ ਵੀ ਉੱਥੇ ਲਾਉਣਾ ਬੂਟਾ ਪੌਦਾ ਜਿੱਥੇ ਸਾਡਾ ਤੀਰ ਡਿੱਗੇਗਾ। ਇੱਥੇ ਮਹਾਰਾਜ ਦਾ ਤੀਰ ਡਿੱਗਿਆ, ਇਸ ਕਰਕੇ ਇੱਥੇ ਪੌਦਾ ਲਾ ਦਿਓ। ਮਾਲੀ ਨੇ ਹੁਕਮ ਮੰਨਿਆ ਮਹਾਰਾਜ ਜੀਆਂ ਦਾ। ਕਹਿਣ ਲੱਗੇ ਵੀ ਉਹ ਪੌਦਾ ਉੱਥੇ ਲਾਇਆ ਹੈ। ਪ੍ਰਤਪਾਲਾ ਪੁਨ ਭਈ ਬਸਾਲੀ। ਅਤੇ ਫਿਰ ਕੁਝ ਸਮਾਂ ਮਾਲੀ ਰਿਹਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦਾ ਰਿਹਾ। ਜਿੰਨਾ ਚਿਰ ਪੌਦਾ ਤੁਰਿਆ ਨਹੀਂ ਨਾ ਉਹਨਾਂ ਚਿਰ ਉਹ ਸੇਵਾ ਵਿੱਚ ਲੱਗਾ ਰਿਹਾ ਵੀ ਮੈਂ ਇੰਨੀ ਦੂਰੋਂ ਲੈ ਕੇ ਆਇਆ ਹਾਂ, ਜਿੰਨਾ ਚਿਰ ਇਹ ਚੱਲ ਨਹੀਂ ਪੈਂਦਾ ਉਹਨਾਂ ਚਿਰ ਮੈਂ ਇਹਦੀ ਰਾਖੀ ਕਰਾਂ, ਇਹਨੂੰ ਖੁਰਾਕ ਦੇਵਾਂ। ਜਦੋਂ ਮਾਲੀ ਨੇ ਵੇਖਿਆ ਵੀ ਹੁਣ ਇਹ ਪੌਦਾ ਚੱਲ ਪਿਆ, ਥੋੜ੍ਹਾ ਜਿਹਾ ਵੱਧ ਗਿਆ ਹੈ, ਹੁਣ ਇਹ ਸੁੱਕੇਗਾ ਨਹੀਂ, ਫਿਰ ਸਿੱਖਾਂ ਨੂੰ ਸਮਝਾ ਕੇ ਸਮੇਂ ਸਿਰ 'ਤੇ ਕਿਵੇਂ ਪਾਣੀ ਪਾਉਣਾ, ਕਿਹੜੀ ਖੁਰਾਕ ਪਾਉਣੀ ਹੈ, ਇਸ ਤਰ੍ਹਾਂ ਉਹ ਮਾਲੀ ਨੇ ਪੌਦਾ ਜਿਹੜਾ ਮਹਾਰਾਜ ਨੂੰ ਭੇਟ ਕੀਤਾ ਹੈ। ਅਬ ਲਓ ਖਰਿਓ ਸੁਣਿਓ ਹਮ ਜੋਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰਮੁਖੋ ਜਿਹੜਾ ਮੈਂ ਇਤਿਹਾਸ ਤੁਹਾਨੂੰ ਲਿਖ ਕੇ ਸੁਣਾ ਰਿਹਾ ਹਾਂ, ਮੈਂ ਇਹ ਸੁਣੀ ਹੈ ਗੱਲ ਸਿੱਖਾਂ ਦੇ ਕੋਲੋਂ ਵੀ ਅਜੇ ਵੀ ਉਹ ਬੂਟਾ ਅਨੰਦਪੁਰ ਸਾਹਿਬ ਦੇ ਵਿੱਚ ਹੈ। ਪਰ ਇਹ ਮੈਂ ਗੱਲ ਸੁਣੀ ਹੈ, ਮੈਂ ਜਾ ਕੇ ਆਪ ਨਹੀਂ ਵੇਖਿਆ, ਵੀ ਅੱਖਾਂ ਦੇ ਨਾਲ ਨਹੀਂ ਵੇਖਿਆ, ਪਰ ਸਿੱਖਾਂ ਦੇ ਕੋਲੋਂ ਸੁਣਿਆ ਵੀ ਜਿਹੜਾ ਉਹ ਮਾਲੀ ਨੇ ਪੌਦਾ ਲਿਆ ਕੇ ਦਿੱਤਾ ਸੀ ਉਹ ਅਜੇ ਵੀ ਉੱਥੇ ਵੇਖਿਆ ਜਾ ਸਕਦਾ ਹੈ। ਇਹ ਮੈਂ ਗੱਲ ਸੁਣੀ ਹੈ। ਨਹਿ ਲੋਚਨ ਤੇ ਦੇਖਿਓ ਸੋਏ। ਪਰ ਦੂਜਾ ਬਚਨ ਇਹ ਹੈ ਗੁਰੂ ਕੀ ਸੰਗਤ ਵੀ ਮੈਂ ਵੇਖਿਆ ਨਹੀਂ ਆਪ ਜਾ ਕੇ, ਮੈਂ ਖੁਦ ਵੇਖ ਕੇ ਨਹੀਂ ਆਇਆ ਵੀ ਉਹ ਪੌਦਾ ਹੈ ਕਿੱਥੇ ਹੈ, ਪਰ ਮੈਂ ਸੁਣਿਆ ਸੰਗਤ ਕੋਲੋਂ ਵੀ ਜਿਹੜਾ ਮਾਲੀ ਨੇ ਪੌਦਾ ਦਿੱਤਾ ਸੀ ਜਿੱਥੇ ਲਾਇਆ ਸੀ ਉਹ ਬੜਾ ਵੱਡਾ ਰੁੱਖ ਬਣਿਆ, ਬੜੇ ਉਹਨੂੰ ਫਲ ਲੱਗੇ। ਇਹ ਮੈਂ ਗੱਲ ਵੇਖੀ ਹੈ, ਇਹ ਮੈਂ ਗੱਲ ਸੁਣੀ ਹੈ ਪਰ ਵੇਖੀ ਨਹੀਂ ਹੈ। ਸਭ ਸੰਗਤ ਕੋ ਖੁਸ਼ੀ ਬਸਾਲਾ। ਇਹ ਸਤਿਗੁਰਾਂ ਦੇ ਇਸ ਤਰ੍ਹਾਂ ਸੰਗਤ ਉੱਪਰ ਬੇਅੰਤ ਖੁਸ਼ੀ ਕਰਦੇ ਹਨ। ਸਤਿਗੁਰ ਕਰਤ ਭਏ ਤਿਸ ਕਾਲਾ। ਇਹ ਸਤਿਗੁਰੂ ਪਾਤਸ਼ਾਹ ਜੀ ਬੇਅੰਤ ਖੁਸ਼ੀਆਂ ਕਰਦੇ। ਖਡੂਰ ਸਾਹਿਬ ਦੀ ਧਰਤੀ ਤੇ ਇੱਕ ਜੋਗੀ ਮਹਾਰਾਜ ਦੇ ਵਾਸਤੇ ਰਸਤੇ ਤੋਂ ਜਾ ਰਿਹਾ, ਉਹਨੇ ਹੱਥ ਵਿੱਚ ਇੱਕ ਪੌਦਾ ਫੜਿਆ ਹੋਇਆ।
ਜਿੱਥੇ ਉਹਨੇ ਜਾਣਾ ਸੀ ਨਾਲ ਲੈ ਕੇ ਜਾਣਾ। ਜਦੋਂ ਖਡੂਰ ਸਾਹਿਬ ਦੇ ਕੋਲ ਦੀ ਲੰਘਣ ਲੱਗਾ, ਮਨ ਵਿੱਚ ਵਿਚਾਰ ਬਣੀ ਮੈਂ ਗੁਰੂ ਪਾਤਸ਼ਾਹ ਦੇ ਦਰਸ਼ਨ ਕਰ ਲਵਾਂ। ਕੁਝ ਮੇਰੇ ਮਨ ਦੇ ਸਵਾਲ ਨੇ, ਮੈਂ ਮਹਾਰਾਜ ਨੂੰ ਪੁੱਛਾਂ ਤੇ ਆਪਣੇ ਸ਼ੰਕੇ ਦੂਰ ਕਰਾਂ। ਹੁਣ ਦੋਨਾਂ ਹੱਥਾਂ ਵਿੱਚ ਪੌਦਾ ਫੜਿਆ, ਮੈਂ ਮੱਥਾ ਕਿਵੇਂ ਟੇਕਾਂਗਾ, ਨਮਸਕਾਰ ਕਿਵੇਂ ਕਰਾਂਗਾ। ਇਹ ਗੱਲ ਸੋਚ ਕੇ ਮਹਾਰਾਜ ਦੇ ਦਰਬਾਰ ਤੋਂ ਥੋੜ੍ਹੀ ਦੂਰ ਇਸਨੇ ਪੌਦਾ ਰੱਖ ਦਿੱਤਾ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਚਲਾ ਗਿਆ। ਬਚਨ ਬਿਲਾਸ ਹੋਏ, ਮਹਾਰਾਜ ਦੇ ਬਚਨ ਸੁਣ ਕੇ ਦਰਸ਼ਨ ਕਰਕੇ ਇਹ ਮਹਾਰਾਜ ਦਾ ਪ੍ਰੇਮੀ ਬਣ ਗਿਆ। ਫਿਰ ਇਹ ਪੌਦਾ ਉੱਥੋਂ ਲੈ ਕੇ ਨਹੀਂ ਗਿਆ, ਜਿੱਥੇ ਰੱਖਿਆ ਉੱਥੇ ਹੀ ਛੱਡ ਦਿੱਤਾ ਵੀ ਇਹ ਮਹਾਰਾਜ ਦੇ ਦਰਬਾਰ ਵਿੱਚ ਮੇਰੀ ਇਹ ਵਸਤੂ ਜਿਹੜੀ ਹੈ ਉਹ ਭੇਟ ਹੋ ਜਾਵੇ, ਅੰਗੀਕਾਰ ਹੋ ਜਾਵੇ। ਉਹ ਜਿਹੜਾ ਪੌਦਾ ਛੱਡਿਆ ਸੀ, ਇਸ ਜੋਗੀ ਨੇ, ਰਸਤੇ ਰਾਹੀ ਨੇ, ਜਾਣ ਵਾਲੇ ਨੇ, ਬੜਾ ਵੱਡਾ ਰੁੱਖ ਬਣ ਕੇ ਪ੍ਰਗਟ ਹੋਇਆ। ਇਸੇ ਤਰ੍ਹਾਂ ਇਹ ਜਿਹੜਾ ਮਾਲੀ ਹੈ ਨਾ, ਚੱਲ ਕੇ ਆਇਆ ਸਤਿਗੁਰਾਂ ਦੇ ਜਨਮ ਸਥਾਨ ਤੋਂ ਪੌਦਾ ਲੈ ਕੇ। ਪੌਦਾ ਇਸ ਨੇ ਲਾਇਆ ਹੈ, ਉਹ ਕਿੱਥੇ ਲੱਗਾ ਹੈ, ਕਿਵੇਂ ਵੱਡਾ ਹੋਇਆ, ਇਸ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਥਾ ਹੈ ਨਾ ਛੂਟੀ ਹੈ। ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।